ਅੱਜ ਪੰਜਾਬ ਦੇ ਵਿੱਚ 2824 ਪਟਵਾਰ ਸਰਕਲ ਖਾਲੀ ਨੇ ਔਰ ਜੇ ਅੱਜ ਪਟਵਾਰੀ ਭਰਤੀ ਕਰਦੇ ਨੇ ਉਹ 2 ਸਾਲ ਨੂੰ ਪਟਵਾਰੀ ਦੀ ਕੁਰਸੀ ਤੇ ਕੇ ਬੈਠੂਗਾ। 2 ਤੋਂ 2.5 ਸਾਲ ਦਾ ਸਮਾਂ ਲੱਗ ਜਾਣਾ ਉਹਨੂੰ, 1.5 ਸਾਲ ਦੀ ਉਹਦੀ ਟ੍ਰੇਨਿੰਗ ਆ ਔਰ ਜਦੋਂ ਉਹਨੇ ਆਉਣਾ ਜਦ ਨੂੰ ਤਾਂ ਬਿਲਕੁਲ ਮਹਿਕਮਾ ਖਾਲੀ ਹੋ ਜਾਊਗਾ। ਸਿਰਫ ਇਹ 1000 ਦੀ ਭਰਤੀ ਕਰਕੇ ਇੱਕ ਡੰਗ ਮਤਲਬ ਟਪਾ ਰਹੇ ਨੇ। ਉਹ ਵੀ ਭਰਤੀ ਇਹ ਅਗਸਤ ਦੇ ਵਿੱਚ ਲੈ ਗਏ ਔਰ ਸਾਨੂੰ ਉੱਥੇ ਤੱਕ ਸ਼ੱਕ ਆ ਸਰਕਾਰ ਦੀ ਨੀਤੀ ਔਰ ਨੀਤ ਦੇ ਉੱਪਰ ਵੀ ਜੇ ਉਦੋਂ ਤੱਕ ਇਹਨਾਂ ਨੇ ਕੋਈ ਕਰੋਨਾ ਦੀ ਤੀਜੀ ਲਹਿਰ ਕਰਕੇ ਉਹ ਵੀ ਇਹ ਇਹਨਾਂ ਨੇ ਮੁਲਤਵੀ ਕਰ। ਮਤਲਬ ਕਿੰਨੇ ਸਾਲ ਲੱਗ ਜਾਂਦੇ ਨੇ ਇੱਕ ਜਿਹੜਾ ਨੌਜਵਾਨ ਅੱਜ ਮੰਨ ਲਓ ਭਰਤੀ ਹੋਇਆ ਉਹਨੂੰ ਪਟਵਾਰੀ ਬਣਦੇ ਉਦਾਹਰਨ ਆ ਦੇਖੋ ਜੀ 2016 ਦੇ ਵਿੱਚ ਅਕਾਲੀ ਸਰਕਾਰ ਵੇਲੇ ਭਰਤੀ ਹੋਈ ਸੀ, 1227 ਬੰਦੇ ਭਰਤੀ ਹੋਏ। 2016 ਤੋਂ ਪਹਿਲਾਂ ਟੈਸਟ ਹੋਇਆ ਉਹ ਪੋਸਟਪੋਨ ਹੋ ਗਿਆ, ਫਿਰ ਦੁਬਾਰਾ ਟੈਸਟ ਹੋਇਆ। ਮਤਲਬ 6 ਸਾਲ ਹੋ ਗਏ ਬੰਦਿਆਂ ਨੂੰ ਲਾਈਨ 'ਚ ਲੱਗਿਆ ਨੂੰ। 2015 'ਚ ਉਹਨਾਂ ਨੇ ਅਪਲਾਈ ਕੀਤਾ, ਹੁਣ ਰੈਗੂਲਰ ਹੋਏ ਨਹੀਂ, ਉਹ ਹਜੇ ਤੱਕ ਵੀ ਰੈਗੂਲਰ ਨਹੀਂ ਹੋਏ। ਅੱਜ ਵੀ ਉਹ 10,000 ਤਨਖਾਹ ਲੈ ਰਹੇ ਨੇ। ਅੱਛਾ, ਉਹ ਪ੍ਰੋਬੇਸ਼ਨਰੀ ਪੀਰੀਅਡ ਵਾਲੀ ਤਨਖਾਹ ਚਲੀ ਜਾਂਦੀ ਹੈ। ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਬੈਠੇ ਨੇ ਉਹ ਔਰ 1.5 ਸਾਲ ਉਹਨਾਂ ਟ੍ਰੇਨਿੰਗ ਕੀਤੀ ਆ, ਉਹ ਕੋਈ ਸਰਵਿਸ ਦਾ ਪਾਰਟ ਨਹੀਂ। 10 ਦਸੰਬਰ ਨੂੰ ਸਾਰੀ NOC PPSC ਵੱਲੋਂ ਹੋ ਚੁੱਕੀ ਆ, ਪਰੰਤੂ ਫਾਈਨਾਂਸ ਡਿਪਾਰਟਮੈਂਟ ਉਹ ਚਿੱਠੀ ਨੂੰ ਲਾਗੂ ਨਹੀਂ ਕਰ ਰਿਹਾ। ਮਾਝਾ ਮਾਲਵਾ ਦੁਆਬਾ ਪਰ 3 ਭਾਗਾਂ ਦੇ ਵਿੱਚ ਵੰਡ ਲਿਆ ਪੰਜਾਬ ਨੂੰ। ਦੁਆਬਾ ਖੇਤਰ ਬਿਲਕੁਲ ਖਾਲੀ ਹੋ ਚੁੱਕਿਆ। ਸਾਡਾ ਜ਼ਿਲ੍ਹਾ ਨਵਾਂ ਸ਼ਹਿਰ ਆ ਜੀ, ਉੱਥੇ 178 ਪੋਸਟਾਂ ਪਟਵਾਰੀ ਦੀ, ਸਿਰਫ 22 ਪਟਵਾਰੀ ਕੰਮ ਕਰ ਰਹੇ ਨੇ। 178 ਦੇ ਵਿੱਚੋਂ ਸਿਰਫ 22 ਪਟਵਾਰੀ ਕੰਮ ਕਰ ਰਹੇ ਨੇ ਉੱਥੇ। ਓਵਰਆਲ ਦੱਸੋ ਥੋੜਾ ਜਿਹਾ ਵੀ ਪੰਜਾਬ 'ਚ ਕਿੰਨੇ ਪਟਵਾਰੀ ਚਾਹੀਦੇ ਸੀਗੇ? ਹਾਂਜੀ, ਕਿੰਨੇ ਹੈਗੇ ਨੇ? 4716 ਪੋਸਟਾਂ ਨੇ ਪਟਵਾਰੀ ਦੀਆਂ ਜੀ। 2824 ਸਰਕਲ ਅੱਜ ਖਾਲੀ ਨੇ, ਅੱਧ ਨਾਲੋਂ ਵੱਧ ਤਾਂ ਖਾਲੀ। ਉਹਦੇ ਨਾਲ ਅੱਜ 8088 ਪਿੰਡ ਆ ਜਿਹੜਾ ਪੰਜਾਬ ਦਾ ਵਿੱਚ ਬੰਦ ਆ। 12700 ਤੋਂ ਉੱਪਰ ਆਪਣੇ ਪਿੰਡ ਨੇ ਔਰ 8088 ਪਿੰਡ ਬੰਦ ਆ 21 ਜੂਨ ਤੋਂ। ਢੀਂਡਸਾ ਸਾਹਿਬ, ਤੁਹਾਨੂੰ ਪਤਾ ਹੈ ਕਿ ਤੁਹਾਡੀ ਇਸ ਵਾਧੂ ਚਾਰਜ ਛੱਡਣ ਨਾਲ ਪ੍ਰਭਾਵਿਤ ਤਾਂ ਲੋਕ ਹੋ ਰਹੇ ਨੇ, ਸਰਕਾਰ ਥੋੜ੍ਹਾ ਹੋ ਰਹੀ ਹੈ। ਕੰਮ ਤਾਂ ਲੋਕਾਂ ਦਾ ਰੁਕਿਆ। ਬਹੁਤ ਸਾਰੇ ਥਾਵਾਂ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੇ ਪਟਵਾਰੀ ਨੇ ਉਹਨਾਂ ਨੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਆਪਣੇ ਤੌਰ ਤੇ, ਅੱਗੇ ਉਹ ਪੈਸੇ ਦੇ ਕੇ ਕੰਮ ਚਲਾਈ ਜਾਂਦੇ ਨੇ ਕਿ ਤੂੰ ਇੱਥੇ ਜਾਇਆ ਆਹ ਕੰਮ ਕਰ ਲੈ। ਬਿਲਕੁਲ ਇਸ ਗੱਲ ਦੇ ਵਿੱਚ ਇਹ ਆ ਵੀ ਜਿਹੜਾ ਸ਼ਹਿਰੀਕਰਨ ਹੋ ਗਿਆ ਉੱਥੇ ਰਿਕਾਰਡ ਇੰਨਾ ਜ਼ਿਆਦਾ ਵੱਧ ਚੁੱਕਿਆ। ਉਹ ਜਿਹੜੇ ਪ੍ਰਾਈਵੇਟ ਬੰਦੇ ਨੇ ਉਹ ਸਾਡੇ ਲੋਕਾਂ ਵਾਸਤੇ ਪ੍ਰਾਈਵੇਟ ਨੇ, ਸਾਡੇ ਉਹ ਚੌਂਕੀਦਾਰ ਜਾਂ ਸਾਡੇ ਨੰਬਰਦਾਰ ਸਾਹਿਬਾਨ ਨੇ ਜਿਹੜੇ ਸਾਡਾ ਹੈਲਪ ਕਰਦੇ ਨੇ ਸਾਡੀ। ਇਹ ਵੀ ਗੱਲ ਸਾਹਮਣੇ ਆਈ ਸੀ ਵੀ ਕੋਈ ਕਿਰਾਏ ਤੇ ਬੈਠਾ ਹੈ, ਕੋਈ ਕਿਵੇਂ ਚੁਬਾਰੇ 'ਚ ਬੈਠਾ ਹੁੰਦਾ। ਪਟਵਾਰਖਾਨਾ ਲੱਭਣਾ ਸਭ ਤੋਂ ਵੱਡੀ ਸਮੱਸਿਆ ਹੋ ਜਾਂਦੀ। ਦੇਖੋ ਗੱਲ ਉਹੀ ਆ ਗਈ ਨਾ, ਤਹਿਸੀਲਾਂ ਦੀ ਗਿਣਤੀ 91 ਹੋ ਚੁੱਕੀ ਆ। 2 ਤਹਿਸੀਲਾਂ ਨਵੀਆਂ ਐਲਾਨ ਹੋ ਗਈਆਂ, ਅਮਰਗੜ੍ਹ ਤੇ ਚਗਾਵਾਂ, 93 ਤਹਿਸੀਲਾਂ ਹੋ ਗਈਆਂ। ਕਿਸੇ ਤਹਿਸੀਲਾਂ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਹੈਗਾ ਪ੍ਰੋਪਰ, ਉਹਦੇ ਵਿੱਚ ਫਰਦ ਕੇਂਦਰ ਹੋਵੇ ਦਾ ਦਫ਼ਤਰ ਹੋਵੇ। ਪੈਸੇ ਮਿਲਦੇ ਨੇ ਕਿਰਾਏ ਦੇ? ਕਿਰਾਏ ਦੇ ਸਾਨੂੰ ਮਿਲਦੇ ਨੇ ਜੀ 140 ਰੁਪਏ ਸਾਨੂੰ ਪ੍ਰਤੀ ਮਹੀਨਾ ਮਿਲਦੇ ਨੇ ਇੱਕ ਸਰਕਲ। 140 ਦੇ ਵਿੱਚ ਦੇਖੋ ਜੀ ਦਫ਼ਤਰ ਆ ਜਾਊਗਾ। ਬਿਲਕੁਲ, ਮੇਰੇ ਕੋਲ ਸਰਕਾਰ ਦਾ ਪੱਤਰ ਹੈ ਜੀ। ਇਹ ਮਤਲਬ ਇਹ ਸਾਡੇ 140 ਰੁਪਇਆ ਤੁਹਾਨੂੰ ਪ੍ਰਤੀ ਮਹੀਨੇ ਸਾਨੂੰ ਦਫ਼ਤਰ ਦਾ ਕਿਰਾਇਆ ਮਿਲਦਾ। ਦਫ਼ਤਰ ਦਾ ਕਿਰਾਇਆ 140 ਰੁਪਏ ਪ੍ਰਤੀ ਮਹੀਨਾ ਜੀ। 16/1/2015 ਦਾ ਇਹ ਲੈਟਰ ਆ। ਪਹਿਲਾਂ ਇਹ ਸਾਡਾ 70 ਰੁਪਏ ਸੀਗਾ, 70 ਤੋਂ ਵੱਧ ਕੇ 140 ਕੀਤਾ, ਮਤਲਬ ਡਬਲ ਹੋਇਆ। ਔਰ ਸਾਡਾ ਸਟੇਸ਼ਨਰੀ ਭੱਤਾ ਪਹਿਲਾਂ 50 ਰੁਪਏ ਸੀ, ਉਹ 100 ਰੁਪਏ ਕੀਤਾ। ਉਹ ਤੋਂ ਫਿਰ ਲੋਕ ਕਹਿੰਦੇ ਨੇ ਕਿ ਪਟਵਾਰੀ ਸਾਹਿਬ ਪੈਸੇ ਮੰਗਦੇ ਨੇ ਸਾਨੂੰ। ਦੇਖੋ ਜੀ, ਪਟਵਾਰੀ ਦੇ ਜੋਬ ਦੇ ਵਿੱਚ ਇੰਨੀ ਕੁ ਗੱਲ ਹੁੰਦੀ। ਸਾਡੀ ਖੁੱਲ੍ਹੀ ਭਰਤੀ ਪਿਛਲੇ ਲੰਬੇ ਸਮੇਂ ਤੋਂ ਸਟਰਗਲ ਕਰਕੇ 2016 ਦੇ ਵਿੱਚ ਹੋਈ। 1227 ਬੰਦਿਆਂ ਨੇ ਟੈਸਟ ਦਿੱਤਾ। ਟੈਸਟ ਤੋਂ ਬਾਅਦ ਜਿਹੜੇ ਬੰਦੇ ਸਿਲੈਕਟ ਹੋ ਗਏ 450 ਬੰਦਾ ਨੌਕਰੀ ਛੱਡ ਕੇ ਚਲਿਆ ਗਿਆ। ਅੱਛਾ, ਜੇ ਪਟਵਾਰੀ ਨੂੰ ਇੰਨੀਆਂ ਕੁ ਮੌਜਾਂ ਹੁੰਦੀਆਂ 450 ਬੰਦਾ ਕਿਉਂ ਛੱਡ ਕੇ ਜਾਂਦਾ ਜੀ? ਉਹਨਾਂ ਨੇ ਦੇਖਿਆ ਕਿ ਬਾਹਰੋਂ ਦੇਖਣ ਨੂੰ ਬਹੁਤ ਵਧੀਆ ਲੱਗਦਾ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਟਵਾਰੀ ਨੂੰ ਬੜੀਆਂ ਮੌਜਾਂ ਨੇ। ਚਾਹੇ ਕੋਈ ਕੁਦਰਤੀ ਆਫਤ ਆ ਜਾਵੇ, ਕੋਈ ਫਲੱਡ ਆ ਜਾਵੇ, ਕੋਈ ਗੜੇਮਾਰੀ ਹੋ ਜਾਵੇ, ਅਸੀਂ ਮੂਹਰੇ ਹੋ ਕੇ ਖੜਦੇ ਹਾਂ। ਜਦੋਂ ਸਾਡੇ ਕੋਲ 5 ਗੁਣਾ ਕੰਮ ਆ, ਸਾਤੋਂ ਪਬਲਿਕ ਵਾਰ-ਵਾਰ ਆ ਕੇ ਸਾਤੋਂ ਜਦੋਂ ਮੁੜਦੀ ਆ, ਸਾਡੇ ਕੋਲ ਕੰਮ ਦਾ ਵਾਧੂ ਬੋਝ ਆ। ਲੋਕਾਂ ਦੇ ਰਿਕਾਰਡ ਦੇ ਵਿੱਚ ਗਲਤੀ ਵੀ ਹੋ ਰਹੀ ਆ, ਨਿਸ਼ਾਨਦੇਹੀ ਦੇ ਕੰਮ, ਤਕਸੀਮਾਂ ਦੇ ਕੰਮ ਡਿਲੇ ਵੀ ਹੋ ਰਹੇ ਨੇ। ਹੁਣ ਦੇਖੋ, ਅਸੀਂ ਸਿਰਫ ਸਰਕਾਰ ਕੋਲ ਇੱਕ ਮੰਗ ਕੀਤੀ ਸੀ ਕਿ ਕਾਨੂੰਗੋ ਸਰਕਲ ਦੇ ਉੱਪਰ ਕੰਮ ਜ਼ਿਆਦਾ ਹੋ ਗਿਆ। ਪਿਛਲੇ ਟਾਈਮ ਦੇ ਵਿੱਚ ਡਿਮਾਰਕੇਸ਼ਨ ਬਹੁਤ ਘੱਟ ਸੀਗੀ, ਨਿਸ਼ਾਨਦੇਹੀਆਂ ਘੱਟ ਸੀ, ਤਕਸੀਮਾਂ ਘੱਟ ਸੀ। ਹੁਣ ਲੋਕਾਂ ਦੇ ਮਸਲੇ ਵੱਧ ਗਏ। ਉਹ ਸਾਡੀ 7 ਪਟਵਾਰ ਸਰਕਲਾਂ ਪਿੱਛੇ ਕਾਨੂੰਗੋ ਦੀ ਮੰਗ ਜਿਹੜੀ ਸੀ 2016 ਦੇ ਵਿੱਚ ਮੰਨੀ ਹੋਈ ਆ, ਅਜੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤੀ। ਅੱਛਾ, ਜਿਹੜੀਆਂ ਪਟਵਾਰੀ ਕਿੰਨੇ ਸਾਲ ਬਾਅਦ ਇੱਕ ਕਾਨੂੰਗੋ ਬਣਦਾ, ਕੀ ਪ੍ਰੋਸੀਜਰ ਹੈਗਾ? ਦੇਖੋ ਜੀ, ਅਸਲੀ ਤਾਂ ਪਹਿਲਾਂ ਸੀਗਾ ਵੀ 10 ਸਾਲ ਦੀ ਜਿਹਦੀ ਸਰਵਿਸ ਹੋ ਜੇ, ਉਹ 10 ਸਾਲ ਬਾਅਦ ਕਾਨੂੰਗੋ ਦੀ ਪ੍ਰਮੋਸ਼ਨ ਹੋਣੀ ਆ। ਔਰ ਅਸੀਂ ਸਾਡੀ ਇਹੀ ਮੰਗ ਆ ਕਿ ਅੱਜ 3000 ਪੋਸਟ ਖਾਲੀ ਆ। ਜੇ ਪਟਵਾਰੀ ਦਾ ਜਿਹੜਾ ਕੰਮ ਆ ਉਹ ਬਿਲਕੁਲ ਟੈਕਨੀਕਲ ਕੰਮ ਆ ਜੀ, ਉਹਦੀ ਦੇਖੋ ਟ੍ਰੇਨਿੰਗ ਵੀ ਆ 1.5 ਸਾਲ ਦੀ, ਫਿਰ ਉਹ ਆ ਕੇ ਸਿੱਖਦਾ ਆਪਣੇ ਸੀਨੀਅਰ ਤੋਂ। ਜੇ ਕੋਈ ਸਿਖਾਉਣ ਵਾਲੀ ਨਾ ਰਿਹਾ, ਮਹਿਕਮਾ ਹੀ ਖਾਲੀ ਹੋ ਗਿਆ, ਫਿਰ ਤੁਸੀਂ ਕਿੱਧਰ ਨੂੰ ਲੈ ਕੇ ਜਾਓਗੇ? ਔਰ ਸਭ ਤੋਂ ਵੱਡੀ ਗੱਲ, ਸਾਡਾ ਰਿਕਾਰਡ ਕੰਪਿਊਟਰਾਈਜੇਸ਼ਨ ਸ਼ੁਰੂ ਹੋਇਆ 2006 ਦੇ ਵਿੱਚ। ਇੱਕ ਕੰਪਨੀ ਹਾਇਰ ਕੀਤੀ ਗਈ, ਜਿਵੇਂ ਬੈਂਕਾਂ ਦਾ ਰਿਕਾਰਡ ਕੰਪਿਊਟਰਾਈਜ਼ ਹੋਇਆ ਵੀ ਰਿਕਾਰਡ ਕੰਪਿਊਟਰਾਈਜ਼ ਕਰਕੇ ਸਾਡੇ ਕੋਲ ਹੈਂਡਓਵਰ ਕਰਨਾ ਸੀ। ਅੱਜ ਸਾਡੇ ਸਾਰੇ ਪੰਜਾਬ ਦਾ ਪਟਵਾਰੀ, ਮੈਂ ਤਾਂ ਦਾਅਵੇ ਨਾਲ ਕਹਿਣਾ ਜਿੰਨੇ ਅਸੀਂ ਸਰਵਿਸ ਦੇ ਵਿੱਚ ਆ ਪਟਵਾਰੀ ਦੇ ਕਾਨੂੰਗੋ, ਸਾਰੇ ਸਾਡੇ ਟੈਕਨੀਕਲ ਤੌਰ 'ਤੇ ਕੰਮ ਸਾਰਾ ਜਾਣਦੇ ਨੇ। ਕੰਪਿਊਟਰ ਦਾ ਸਾਡਾ ਕੋਰਸ ਜਿਹੜਾ ਹੁੰਦਾ DLR ਦਫ਼ਤਰ ਦੇ ਵਿੱਚ ਜਲੰਧਰ, ਸਾਡਾ ਜਿਹੜਾ ਹੈੱਡਕੁਆਟਰ ਆ, ਉੱਥੋਂ ਦੇ ਸਰਟੀਫਿਕੇਟ ਵੀ ਲੈ ਚੁੱਕੇ ਹਾਂ।
ਸਰਕਾਰ ਸਾਨੂੰ ਲੈਪਟਾਪ ਨਹੀਂ ਮੁਹੱਈਆ ਕਰਾ ਰਹੀ। ਕਰੋਨਾ ਕਾਲ ਦੇ ਵਿੱਚ ਅਸੀਂ ਫਰੰਟ ਲਾਈਨ ਦੇ ਉੱਪਰ ਜਾ ਕੇ ਲੜੇ। ਸਾਡੇ ਕਰਤਾਰ ਸਿੰਘ ਲਹਿਰੀ ਬੈਠੇ ਨੇ ਅੰਮ੍ਰਿਤਸਰ, ਉਹਨਾਂ ਨੇ 32 ਸੰਸਕਾਰ ਕੀਤੇ ਜੀ, ਜਿਹਦੇ ਵਿੱਚ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜਿਹੜੇ ਆਪਣੇ ਸਵਰਗਵਾਸ ਸੀ ਉਹਨਾਂ ਦਾ ਸੰਸਕਾਰ ਵੀ ਉਹਨੇ ਕੀਤਾ। ਜਦੋਂ ਪਟਵਾਰੀਆਂ ਨੂੰ ਕੋਈ ਐਕਸਗ੍ਰੇਸ਼ੀਆ ਦੇਣ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਡੀ ਸਰਕਾਰ ਭੱਜ ਜਾਂਦੀ ਆ ਉੱਥੋਂ। ਸਾਡੇ ਕਾਨੂੰ ਗੁਰਮੇਲ ਸਿੰਘ ਲੁਧਿਆਣਾ, ਰਾਓ ਬਰਿੰਦਰ ਸਿੰਘ ਸਾਡੇ ਪਟਵਾਰੀ ਕਪੂਰਥਲਾ, ਸਿੰਦਰਪਾਲ ਜੀ, ਔਰ ਸਾਡੇ ਹੁਣੇ ਪਿਛਲੇ ਦਿਨੀ ਮਾਨਸਾ ਤੋਂ ਪਟਵਾਰੀ ਰਾਮ ਮੋਹਨ ਜੀ ਦੀ ਡੈਥ ਹੋਈ ਹੈ ਕਰੋਨਾ ਨਾਲ। ਕਰੋਨਾ ਕਾਲ ਦੇ ਵਿੱਚ ਉਹਨਾਂ ਨੂੰ ਕੋਈ ਰਿਲੀਫ ਨਹੀਂ ਦਿੱਤੀ। ਦੇਖੋ ਜਦੋਂ ਕੰਮ ਲੈਣਾ ਉਦੋਂ ਪਟਵਾਰੀ ਰੀੜ ਦੀ ਹੱਡੀ ਆ। ਨਜ਼ਰਅੰਦਾਜ਼ ਕਿਉਂ ਕੀਤਾ ਜਾਂਦਾ ਪਟਵਾਰੀਆਂ? ਨਜ਼ਰਅੰਦਾਜ਼ ਕਰਨ ਦਾ ਕਾਰਨ ਕੀ ਹੈ? ਜਿਹੜਾ ਪੋਲੀਟੀਕਲ ਸਿਸਟਮ ਆ ਨਾ ਅੱਜ ਕੱਲ੍ਹ ਬਹੁਤ ਗੰਦਲਾ ਹੋ ਚੁੱਕਿਆ। ਸਿਸਟਮ ਇੰਨਾ ਗੰਦਲਾ ਹੋ ਚੁੱਕਿਆ ਕਿ ਸਿਸਟਮ ਦੇ ਵਿੱਚ ਫਿੱਟ ਹੋਣ ਵਾਲੇ ਹੀ ਡੀਸੀ ਲੱਗਦੇ ਨੇ, ਜਿਹੜੇ ਅਸਲੀ ਇਮਾਨਦਾਰ ਅਫਸਰ ਨੇ ਜਾਂ ਹੋਰ ਨੇ ਉਹ ਬਿਲਕੁਲ ਬੈਕਫੁੱਟ ਤੇ ਬੈਠੇ ਨੇ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਪਿਛਲੇ ਕਈ ਦਿਨਾਂ ਤੋਂ ਪਟਵਾਰੀਆਂ ਦੇ ਵੱਲੋਂ ਜਿਹੜੇ ਵਾਧੂ ਚਾਰਜ ਸੀਗਾ ਉਹਨਾਂ ਨੂੰ ਉਹ ਛੱਡ ਦਿੱਤਾ ਗਿਆ, ਜਿਸ ਨਾਲ ਕਾਫੀ ਕੰਮਕਾਰ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ। 8088 ਪਿੰਡਾਂ ਦਾ ਕੰਮ ਜਿਹੜਾ ਪ੍ਰਭਾਵਿਤ ਹੋ ਰਿਹਾ ਹੈ। ਤਾਂ ਜਿਹੜੇ ਪਟਵਾਰੀ ਨੇ ਉਹਨਾਂ ਦੀਆਂ ਕਈ ਮੰਗਾਂ ਨੇ, ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਵਾਧੂ ਚਾਰਜ ਛੱਡ ਦਿੱਤੇ ਨੇ। ਸਾਡੇ ਨਾਲ ਇਸ ਵੇਲੇ ਦਾ ਰੈਵਨਿਊ ਪਟਵਾਰ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਢੀਂਡਸਾ ਮੌਜੂਦ ਨੇ, ਤੇ ਨਾਲ ਹੀ ਦਾ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰੁਪਿੰਦਰ ਸਿੰਘ ਗਰੇਵਾਲ ਮੌਜੂਦ ਨੇ। ਸਵਾਗਤ ਹੈ ਜੀ ਤੁਹਾਡਾ। ਤੁਹਾਡਾ ਸਵਾਗਤ ਹੈ ਰਾਣਾ ਜੀ। ਢੀਂਡਸਾ ਸਾਹਿਬ, ਪਹਿਲਾ ਸਵਾਲ ਇਹ ਹੈ ਕਿ ਆਖਿਰਕਾਰ ਅਜਿਹਾ ਕੀ ਹੋਇਆ ਕਿ ਤੁਸੀਂ ਜਿਹੜੇ ਵਾਧੂ ਚਾਰਜ ਮਿਲੇ ਹੋਏ ਸੀਗੇ ਤੁਹਾਨੂੰ ਇਸ ਸਰਕਲ ਦਾ ਵੀ ਚਾਰਜ ਦਿੱਤਾ ਹੋਇਆ, ਸਾਰੇ ਪਟਵਾਰੀਆਂ ਨੂੰ ਵਾਧੂ ਚਾਰਜ ਦਿੱਤੇ ਹੋਏ ਸੀ, ਉਹ ਤੁਸੀਂ ਛੱਡ ਦਿੱਤੇ ਨੇ? ਵੱਡਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹ ਹੈ ਜੀ, ਸਰਕਾਰ ਆਈ ਨੂੰ 4.5 ਸਾਲ ਹੋ ਗਏ ਜੀ। 4.5 ਸਾਲ ਤੋਂ ਪਹਿਲਾਂ ਕੈਪਟਨ ਸਰਕਾਰ ਇਹ ਨਾਅਰਾ ਦੇ ਕੇ ਆਈ ਸੀ ਵੀ ਘਰ ਘਰ ਰੁਜ਼ਗਾਰ। ਅਸੀਂ ਨੌਜਵਾਨੀ ਨੂੰ ਬਚਾਉਣ ਵਾਸਤੇ, ਕਿਉਂਕਿ ਅਸੀਂ ਪਿੰਡਾਂ ਨਾਲ ਜੁੜੇ ਹੋਏ ਆ, ਸ਼ਹਿਰਾਂ ਨਾਲ ਜੁੜੇ ਹੋਏ ਆ, ਨੌਜਵਾਨ ਦਾ ਬਾਹਰ ਨੂੰ ਭੱਜ ਰਿਹਾ ਜੀ। ਔਰ ਨੌਜਵਾਨੀ ਨੂੰ ਬਚਾਉਣ ਵਾਸਤੇ ਅਸੀਂ ਵਾਧੂ ਸਰਕਲਾਂ ਦਾ ਕੰਮ ਬੰਦ ਕੀਤਾ, ਕਿਉਂਕਿ ਸਰਕਾਰ ਭਰਤੀ ਦੇ ਨਾਂ ਤੇ ਲਾਰੇਬਾਜ਼ੀ ਕਰ ਰਹੀ ਆ। ਨਹੀਂ, ਸਰਕਾਰ ਤਾਂ ਕਹਿੰਦੀ ਅਸੀਂ ਭਰਤੀ ਕਰ ਰਹੇ ਹਾਂ, ਅਸੀਂ ਹੁਣ ਟੈਸਟ ਰੱਖ ਲਿਆ ਅਗਸਤ 'ਚ। ਦੇਖੋ ਜਿਹੜਾ ਟੈਸਟ ਰੱਖਿਆ ਉਹ ਵੀ ਸਾਡੇ ਇਹਨਾਂ ਨੇ ਦਬਾਅ ਥੱਲੇ ਰੱਖਿਆ। ਅੱਜ ਪੰਜਾਬ ਦੇ ਵਿੱਚ 2824 ਪਟਵਾਰ ਸਰਕਲ ਖਾਲੀ ਨੇ, ਔਰ ਜੇ ਅੱਜ ਪਟਵਾਰੀ ਭਰਤੀ ਕਰਦੇ ਨੇ ਉਹ 2 ਸਾਲ ਨੂੰ ਪਟਵਾਰੀ ਦੀ ਕੁਰਸੀ ਤੇ ਬੈਠੂਗਾ। 2 ਤੋਂ 2.5 ਸਾਲ ਦਾ ਸਮਾਂ ਲੱਗ ਜਾਣਾ ਉਹਨੂੰ, 1.5 ਸਾਲ ਦੀ ਉਹਦੀ ਟ੍ਰੇਨਿੰਗ ਆ। ਔਰ ਜਦੋਂ ਉਹਨੇ ਆਉਣਾ, ਜਦ ਨੂੰ ਤਾਂ ਬਿਲਕੁਲ ਮਹਿਕਮਾ ਖਾਲੀ ਹੋ ਜਾਊਗਾ। ਸਿਰਫ ਇਹ 1000 ਦੀ ਭਰਤੀ ਕਰਕੇ ਇੱਕ ਡੰਗ ਮਤਲਬ ਟਪਾ ਰਹੇ ਨੇ। ਉਹ ਵੀ ਭਰਤੀ ਇਹ ਅਗਸਤ ਦੇ ਵਿੱਚ ਲੈ ਗਏ। ਔਰ ਸਾਨੂੰ ਉੱਥੇ ਤੱਕ ਸ਼ੱਕ ਆ ਸਰਕਾਰ ਦੀ ਨੀਤੀ ਔਰ ਨੀਅਤ ਦੇ ਉੱਪਰ ਵੀ ਜੇ ਉਦੋਂ ਤੱਕ ਇਹਨਾਂ ਨੇ ਕੋਈ ਕਰੋਨਾ ਦੀ ਤੀਜੀ ਲਹਿਰ ਕਰਕੇ ਉਹ ਵੀ ਇਹ ਇਹਨਾਂ ਨੇ ਮੁਲਤਵੀ ਕਰ ਦਿੱਤਾ। ਮਤਲਬ ਪਹਿਲਾ ਟੈਸਟ ਸ਼ਾਇਦ ਮਈ 'ਚ ਸੀਗਾ, ਹੁਣ ਡਿਲੇ ਕਰਕੇ ਅਗਸਤ 'ਚ ਆ ਗਿਆ। ਮਈ 'ਚ ਸੀਗਾ ਜੀ ਪਹਿਲਾਂ, ਫਿਰ ਉਹਨਾਂ ਨੇ ਡਿਲੇ ਕਰਕੇ ਅਗਸਤ 'ਚ ਲੈ ਜਾਂਦਾ। ਔਰ ਦੂਜੀ ਜਿਹੜੀ ਇੱਥੇ ਮਾਰ ਰਹੇ ਨੇ ਸਾਡੇ ਇਹ ਨੌਜਵਾਨਾਂ ਨੂੰ ਪਰਖ ਸਮੇਂ ਦੇ ਨਾਂ ਦੇ ਉੱਪਰ ਬੇਸਿਕ ਤਨਖਾਹ ਦਿੱਤੀ ਜਾ ਰਹੀ ਆ। ਸਾਡਾ ਇਕੱਲਾ ਡਿਪਾਰਟਮੈਂਟ ਆ ਰੈਵਨਿਊ ਪਟਵਾਰੀ ਦਾ, ਜਿਹਦੀ ਸਾਡੀ 3200 ਗ੍ਰੇਡ ਪੇ ਦੇ ਵਿੱਚ ਅਸੀਂ ਕਲਾਸ ਸੀ ਦੇ ਵਿੱਚ ਆਉਣੇ ਆ। ਸਾਡੇ 1.5 ਸਾਲ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਬੱਚਿਆਂ ਦੀ, ਪਟਵਾਰੀਆਂ ਦੀ 1 ਸਾਲ ਦੀ ਸਾਡਾ ਮਤਲਬ ਕੋਰਸ ਆ, 6 ਮਹੀਨੇ ਬੰਦਾ ਪਟਵਾਰੀ ਨਾਲ ਫੀਲਡ ਟ੍ਰੇਨਿੰਗ ਕਰਦਾ। ਉਹਦੇ ਵਿੱਚ ਸਿਰਫ 5000 ਰੁਪਏ ਦਿੱਤਾ ਜਾਂਦਾ। ਉਹ ਸਾਡੀ ਸਰਵਿਸ ਦਾ ਪਾਰਟ ਵੀ ਨਹੀਂ ਮੰਨੀ ਜਾਂਦੀ। ਔਰ 3 ਸਾਲ ਦਾ ਪ੍ਰੋਬੇਸ਼ਨ। ਮਤਲਬ ਕਿੰਨੇ ਸਾਲ ਲੱਗ ਜਾਂਦੇ ਨੇ ਇੱਕ ਜਿਹੜਾ ਨੌਜਵਾਨ ਅੱਜ ਮੰਨ ਲਓ ਭਰਤੀ ਹੋਇਆ ਉਹਨੂੰ ਪਟਵਾਰੀ ਬਣਦੇ? ਉਦਾਹਰਨ ਆ ਦੇਖੋ ਜੀ, 2016 ਦੇ ਵਿੱਚ ਅਕਾਲੀ ਸਰਕਾਰ ਵੇਲੇ ਭਰਤੀ ਹੋਈ ਸੀ, 1227 ਬੰਦੇ ਭਰਤੀ ਹੋਏ। 2016 ਤੋਂ ਪਹਿਲਾਂ ਟੈਸਟ ਹੋਇਆ, ਉਹ ਪੋਸਟਪੋਨ ਹੋ ਗਿਆ, ਫਿਰ ਦੁਬਾਰਾ ਟੈਸਟ ਹੋਇਆ। ਮਤਲਬ 6 ਸਾਲ ਹੋ ਗਏ ਬੰਦਿਆਂ ਨੂੰ ਲਾਈਨ 'ਚ ਲੱਗਿਆ ਨੂੰ। 2015 'ਚ ਉਹਨਾਂ ਨੇ ਅਪਲਾਈ ਕੀਤਾ, ਹੁਣ ਰੈਗੂਲਰ ਹੋਏ ਨੇ, ਉਹ ਹਜੇ ਤੱਕ ਵੀ ਰੈਗੂਲਰ ਨਹੀਂ ਹੋਏ। ਅੱਜ ਵੀ ਉਹ 10000 ਤਨਖਾਹ ਲੈ ਰਹੇ ਨੇ। ਅੱਛਾ, ਉਹ ਪ੍ਰੋਬੇਸ਼ਨਰੀ ਪੀਰੀਅਡ ਵਾਲੀ ਤਨਖਾਹ ਚਲੀ ਜਾਂਦੀ ਹੈ? ਪ੍ਰੋਬੇਸ਼ਨਰੀ ਪੀਰੀਅਡ ਦੇ ਵਿੱਚ ਬੈਠੇ ਨੇ ਉਹ, ਔਰ ਜਿਹੜੀ 1.5 ਸਾਲ ਉਹਨਾਂ ਟ੍ਰੇਨਿੰਗ ਕੀਤੀ ਆ ਉਹ ਕੋਈ ਸਰਵਿਸ ਦਾ ਪਾਰਟ ਨਹੀਂ। 10 ਦਸੰਬਰ ਨੂੰ ਮਾਨਯੋਗ PPSC ਪੰਜਾਬ ਵੱਲੋਂ ਪੱਤਰ ਜਾਰੀ ਹੁੰਦਾ ਵੀ ਪਟਵਾਰੀ ਦੀ ਜਿਹੜੀ ਟ੍ਰੇਨਿੰਗ ਆ, ਕਿਉਂਕਿ ਸਾਡੇ ਨਾਇਬ ਤਹਿਸੀਲਦਾਰ ਦੀ ਟ੍ਰੇਨਿੰਗ ਵੀ ਸਰਵਿਸ 'ਚ ਕਾਊਂਟ ਆ, ਤਹਿਸੀਲਦਾਰ ਦੀ ਵੀ ਕਾਊਂਟ ਆ, ਉਸ ਆਧਾਰ ਤੇ ਅਸੀਂ ਮੰਗ ਕੀਤੀ ਸੀ। 10 ਦਸੰਬਰ ਨੂੰ ਸਾਰੀ NOC PPSC ਵੱਲੋਂ ਹੋ ਚੁੱਕੀ ਆ, ਪਰੰਤੂ ਫਾਈਨਾਂਸ ਡਿਪਾਰਟਮੈਂਟ ਉਹ ਚਿੱਠੀ ਨੂੰ ਲਾਗੂ ਨਹੀਂ ਕਰ ਰਿਹਾ। ਉਹਨਾਂ ਨੂੰ ਲੱਗਦਾ ਕਿ ਮਤਲਬ ਤੁਹਾਡੀ ਤਾਂ ਇਹ ਮੰਗ ਜਾਇਜ਼ ਹੋ ਗਈ ਹੈ ਕਿ ਜਿੰਨਾ ਟ੍ਰੇਨਿੰਗ ਸੀਗੀ ਉਹ ਵੀ ਲੱਗ ਗਈ, ਜਿੰਨਾ ਪ੍ਰੋਬੇਸ਼ਨਰੀ ਪੀਰੀਅਡ ਸੀਗਾ ਉਹ ਵੀ ਪੂਰਾ ਹੋ ਗਿਆ, ਉਹ ਤੋਂ ਉੱਪਰ ਚਲੇ ਗਿਆ, ਪਰ ਸਰਕਾਰ ਹਾਲੇ ਵੀ ਸਕੇਲ ਰੈਗੂਲਰ ਦਾ ਨਹੀਂ ਦੇ ਰਹੀ। ਸਰਕਾਰ ਹਜੇ ਵੀ ਅੱਜ ਸਾਡੇ ਕੋਲ 1900 ਪਟਵਾਰੀ ਹਾਜ਼ਰ ਆ। 950 ਸਾਡੇ ਜਿਹੜੇ ਨਵੇਂ ਪਟਵਾਰੀ ਨੇ ਉਹਨਾਂ ਨੂੰ 10166 ਰੁਪਏ ਤਨਖਾਹ ਦੇ ਰਹੀ ਹੈ। ਦੇਖੋ, ਅੱਛਾ ਢੀਂਡਸਾ ਸਾਹਿਬ, ਇੱਕ ਦੱਸੋ ਕਿ ਜਿਹੜੇ ਹੁਣ 1028 ਤੁਸੀਂ ਦੱਸਿਆ ਕਿ ਭਰਤੀ ਕਰ ਰਹੀ ਹੈ ਸਰਕਾਰ, ਹਾਲੇ ਪੱਕਾ ਨਹੀਂ, ਕਿਉਂਕਿ ਕੋਡ ਆਫ ਕੰਡਕਟ ਆਪਾਂ ਨੂੰ ਪਤਾ ਅਕਤੂਬਰ ਦੇ ਨੇੜੇ ਲੱਗਣ ਦੀ ਸੰਭਾਵਨਾ ਬਿਲਕੁਲ ਜੀ, ਬਿਲਕੁਲ ਪਤਾ ਨਹੀਂ ਭਰਤੀ ਪੂਰੀ ਹੋਣੀ ਹੈ, ਪਰ ਚਲੋ ਮੰਨ ਲੈਂਦੇ ਆ ਕਿ 1052 ਦੀ ਭਰਤੀ ਪੂਰੀ ਹੁੰਦੀ ਹੈ, ਤਾਂ ਤੁਹਾਡਾ ਮਸਲਾ ਹੱਲ ਹੁੰਦਾ ਕਿ ਪਟਵਾਰੀਆਂ ਦੇ ਪੋਸਟਾਂ ਫਿਲ ਹੁੰਦੀਆਂ ਨੇ ਪੂਰੀਆਂ? ਨਹੀਂ, ਸਾਡਾ ਮਸਲਾ ਹੱਲ ਨਹੀਂ ਹੁੰਦਾ। ਅੱਜ ਮਾਝਾ, ਮਾਲਵਾ, ਦੁਆਬਾ ਆਪਾਂ 3 ਭਾਗਾਂ ਦੇ ਵਿੱਚ ਵੰਡਦੇ ਆ ਪੰਜਾਬ ਨੂੰ। ਦੁਆਬਾ ਖੇਤਰ ਬਿਲਕੁਲ ਖਾਲੀ ਹੋ ਚੁੱਕਿਆ। ਸਾਡਾ ਜ਼ਿਲ੍ਹਾ ਨਵਾਂ ਸ਼ਹਿਰ ਆ ਜੀ, ਉੱਥੇ 178 ਪੋਸਟ ਆ ਪਟਵਾਰੀ ਦੀ, ਸਿਰਫ 22 ਪਟਵਾਰੀ ਕੰਮ ਕਰ ਰਹੇ ਨੇ ਉੱਥੇ। 178 ਦੇ ਵਿੱਚੋਂ ਸਿਰਫ 22 ਪਟਵਾਰੀ ਕੰਮ ਕਰ ਰਹੇ ਨੇ ਉੱਥੇ। ਇਹੀ ਬਾਕੀ ਪੰਜਾਬ ਦੇ ਜ਼ਿਲ੍ਹਿਆਂ ਦਾ ਵੀ? ਬਾਕੀ ਪੰਜਾਬ ਦੇ ਸਿਨੈਰੀਓ ਹਰੇਕ ਜ਼ਿਲ੍ਹੇ ਦਾ ਵੱਖਰਾ ਵੱਖਰਾ। ਕੁਝ ਮਾਲਵੇ ਦੇ ਕੁਝ ਜ਼ਿਲ੍ਹੇ ਨੇ ਜਿੱਥੇ ਭਰਤੀ ਪਟਵਾਰੀਆਂ ਦੀ ਠੀਕ ਆ ਗਿਣਤੀ, ਪਰ ਫਿਰ ਵੀ ਦੱਸੋ ਥੋੜਾ ਜਿਹਾ ਵੀ ਪੰਜਾਬ 'ਚ ਕਿੰਨੇ ਪਟਵਾਰੀ ਚਾਹੀਦੇ ਸੀਗੇ? ਹਾਂਜੀ,
ਕਿੰਨੇ ਹੈਗੇ ਨੇ, ਕਿੰਨੇ 4716 ਪੋਸਟਾਂ ਨੇ ਪਟਵਾਰੀ ਦੀਆਂ ਜੀ। 2824 ਸਰਕਲ ਅੱਜ ਖਾਲੀ ਨੇ, ਅੱਧ ਨਾਲੋਂ ਵੱਧ ਤਾਂ ਖਾਲੀ। ਉਹਦੇ ਨਾਲ ਅੱਜ 8088 ਪਿੰਡ ਆ ਜਿਹੜਾ ਪੰਜਾਬ ਦਾ ਵਿੱਚ ਬੰਦ ਆ। 12700 ਤੋਂ ਉੱਪਰ ਆਪਣੇ ਪਿੰਡ ਨੇ ਔਰ 8088 ਪਿੰਡ ਬੰਦ ਆ 21 ਜੂਨ ਤੋਂ। ਇਹ ਕੌਣ ਜ਼ਿੰਮੇਵਾਰ ਹੈ ਫਿਰ ਇਹਦੇ ਲਈ? ਇਹਦੇ ਵਾਸਤੇ ਜ਼ਿੰਮੇਵਾਰ ਸਰਕਾਰਾਂ ਨੇ। ਦੇਖੋ ਜੀ, ਕਿਉਂਕਿ ਪਿਛਲੇ ਸਮੇਂ ਤੋਂ ਮਾਲ ਮਹਿਕਮੇ ਨੂੰ ਅਣਗੌਲਿਆ ਕੀਤਾ ਗਿਆ, ਹਰ ਮੰਗ ਸਾਡੀ ਅਣਗੌਲੀ ਕੀਤੀ ਗਈ ਔਰ ਪਟਵਾਰੀ ਦੀ ਜਿਹੜੀ ਭਰਤੀ ਆ ਔਰ 4.5 ਸਾਲ ਤੋਂ ਇਹ ਸਰਕਾਰ ਲਾਰਾ ਲਾ ਰਹੀ ਆ। ਜਿਹੜੀ 1227 ਦੀ ਫਿਗਰ ਸੀ ਉਹ ਸਾਡੀ 2012-13 ਦੀ ਫਿਗਰ ਸੀ। 12-13 ਦੀ ਫਿਗਰ ਜਾ ਕੇ 16 ਦੇ ਵਿੱਚ ਭਰਤੀ ਕਰਦੇ ਹੋ ਤੁਸੀਂ। ਜਿਹੜਾ 5 ਸਾਲ ਦਾ ਗੈਪ ਪੈ ਗਿਆ ਵਿੱਚ, ਉਸ ਵਕਤ ਸਾਡੀ 2250 ਪੋਸਟ ਖਾਲੀ ਸੀ। ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਭਰਤੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਤੁਹਾਡੇ ਸਾਰੇ ਸਰਕਲ ਫਿਲ ਹੋ ਜਾਣ? ਅੱਜ ਦੇਖੋ ਜੇ ਡਿਪਾਰਟਮੈਂਟ ਨੂੰ ਚਲਾਉਣਾ ਜੀ ਤਾਂ ਘੱਟੋ ਘੱਟ 3000 ਪਟਵਾਰੀ ਦੀ ਰੈਗੂਲਰ ਭਰਤੀ ਹੋਣੀ ਚਾਹੀਦੀ ਅੱਜ। ਔਰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਤੁਸੀਂ 2.25 ਲੱਖ ਬੱਚੇ ਤੋਂ ਫੀਸਾਂ ਲੈ ਲਈਆਂ, ਅਪਲਾਈ ਕੀਤਾ ਹੋਇਆ ਉਹਨਾਂ ਨੇ। ਜਿਹੜਾ 8 ਅਗਸਤ ਦਾ ਐਗਜ਼ਾਮ ਆ, ਬਜਾਏ ਤੁਸੀਂ 1000 ਦਿਓ, ਤੁਸੀਂ 3000 ਦਾ ਐਗਜ਼ਾਮ ਲਓ। ਅੱਛਾ ਢਿੰਡ ਸਾਹਿਬ, ਥੋੜਾ ਜਿਹਾ ਸਵਾਲ ਹੈ ਇਹਦੇ ਵਿੱਚ ਕਿ ਕਿਸੇ ਪਟਵਾਰੀ ਨੂੰ ਜਦੋਂ ਕਹਿੰਦੇ ਵਾਧੂ ਚਾਰਜ ਮਿਲ ਜਾਂਦਾ ਹੈ, ਮਤਲਬ ਹੋਰ ਸਰਕਲ ਦਾ ਕੰਮ ਮਿਲ ਗਿਆ ਤਾਂ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਧਾਰਨਾ ਹੈ ਵੀ ਹੁਣ ਪਟਵਾਰੀ ਨੂੰ ਪੈਸੇ ਵੱਧ ਬਣਨ ਲੱਗ ਗਏ। ਸੱਚਾਈ ਹੈ ਇਸ ਗੱਲ 'ਚ? ਦੇਖੋ ਜੀ, ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ। ਜਿਹੜਾ ਕੰਮ ਆ, ਜਦੋਂ ਪਟਵਾਰੀ ਦੀ ਭਰਤੀ ਇੱਕ ਸਰਕਲ ਵਾਸਤੇ ਹੁੰਦੀ ਆ, ਇੱਕ ਸਰਕਲ ਸਾਡਾ ਕ੍ਰਾਈਟੇਰੀਆ, ਸਾਡਾ ਲੈਂਡ ਰਿਕਾਰਡ ਮੈਨੂਅਲ ਆ, ਉਹਦੇ ਵਿੱਚ ਸਾਡਾ ਕ੍ਰਾਈਟੇਰੀਆ ਵੀ ਇੰਨੇ ਹਜ਼ਾਰ ਏਕੜ ਦੇ ਉੱਪਰ ਇੱਕ ਪਟਵਾਰੀ ਹੋਊਗਾ। ਉਦੋਂ ਬਾਅਦ ਸ਼ਹਿਰੀਕਰਨ ਵੀ ਹੋਇਆ। ਸ਼ਹਿਰੀਕਰਨ ਹੋਣ ਨਾਲ ਕੰਮ ਬਹੁਤ ਵੱਡੀ ਪੱਧਰ ਤੇ ਵਧਿਆ। ਪੰਜਾਬ ਦੇ ਵਿੱਚ ਕਿਸੇ ਟਾਈਮ 13 ਜ਼ਿਲ੍ਹੇ ਸੀ, ਅੱਜ 23 ਜ਼ਿਲ੍ਹੇ ਨੇ, ਪਰ ਸਾਡੀਆਂ ਪੋਸਟਾਂ 4716 ਹੀ ਨੇ। ਅੱਛਾ, ਸਾਡੀਆਂ ਪੋਸਟਾਂ ਨਹੀਂ ਬਣਾਈਆਂ ਜ਼ਿਲ੍ਹੇ 23 ਹੋ ਗਏ, ਪੋਸਟਾਂ 4700 ਦੀਆਂ 4747 ਨੇ ਔਰ ਉਹ ਵੀ ਖਾਲੀ ਨੇ। ਦੇਖੋ ਉਹਦੇ ਵਿੱਚ ਵੀ ਸਿਰਫ 1900 ਬੰਦਾ। ਦੇਖੋ ਜੇ 23 ਜ਼ਿਲ੍ਹੇ ਸਰਕਾਰ ਬਣਾ ਸਕਦੀ ਆ, ਉਹਦੇ ਨਾਲ ਕੋਈ ਵਿੱਤੀ ਬੋਝ ਨਹੀਂ ਪੈ ਰਿਹਾ। ਤੁਹਾਡੇ ਸਰਕਲ ਵਧਣੇ ਚਾਹੀਦੇ। ਤਾਂ ਦੇਖੋ ਹੁਣ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ, ਲੁਧਿਆਣੇ 'ਚ ਸ਼ਹਿਰੀਕਰਨ ਹੋਇਆ, ਮੋਹਾਲੀ ਜ਼ਿਲ੍ਹੇ ਦੇ ਵਿੱਚ ਸ਼ਹਿਰੀਕਰਨ ਹੋਇਆ। ਸ਼ਹਿਰੀਕਰਨ ਹੋਣ ਨਾਲ ਇੰਨੇ ਕੁ ਜ਼ਿਆਦਾ ਉਹਦੇ ਵਿੱਚ ਟ੍ਰਾਂਜੈਕਸ਼ਨ ਵੱਧ ਗਈ, ਇੰਨੇ ਕੁ ਜ਼ਿਆਦਾ ਛੋਟੇ ਪਲਾਟਿੰਗ ਹੋ ਗਈ, ਪਰ ਸਰਕਾਰ ਨੇ ਉਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ। ਪਰ ਢਿੰਡ ਸਾਹਿਬ, ਮੈਂ ਫੇਰ ਆਉਂਦਾ ਕਿ ਤੁਸੀਂ ਹੁਣ ਵਾਧੂ ਚਾਰਜ ਛੱਡੇ ਆ, ਤੁਹਾਡੇ ਕੋਲ ਵਾਧੂ ਚਾਰਜ ਤਾਂ ਕਿੰਨੇ ਸਾਲਾਂ ਤੋਂ ਨੇ, ਹੁਣ ਕਿਉਂ ਆ ਕੇ ਛੱਡੇ? ਦੇਖੋ ਸਾਡੇ ਕੋਲ ਵਾਧੂ ਚਾਰਜ ਪਿਛਲੇ, ਮੈਂ ਜੇ ਗੱਲ ਕਰਾਂ ਤਾਂ ਮਤਲਬ 97-98 ਤੋਂ ਸਾਡੀ ਪ੍ਰੋਬਲਮ ਸ਼ੁਰੂ ਹੋਈ ਆ। ਅਸੀਂ 2016 ਦੇ ਵਿੱਚ ਹੀ ਵਾਧੂ ਚਾਰਜ ਛੱਡੇ ਸੀਗੇ। 45 ਦਿਨ ਅਸੀਂ ਸਰਕਲ ਬੰਦ ਕਰਕੇ ਰੱਖੇ, ਤਾਂ ਸਰਕਾਰ ਨੂੰ ਮਜਬੂਰ ਹੋ ਕੇ ਅਕਾਲੀ ਸਰਕਾਰ ਨੂੰ ਭਰਤੀ ਕਰਨੀ ਪਈ। ਅੱਜ ਵੀ ਅਸੀਂ ਫੇਰ ਉਸ ਗੱਲ ਦੇ ਉੱਪਰ, ਕਿਉਂਕਿ ਸਾਨੂੰ ਸਮੇਂ-ਸਮੇਂ ਤੇ ਸਾਡੇ ਮਾਨਯੋਗ ਵਿੱਤ ਕਮਿਸ਼ਨਰ ਮਾਲ, ਸਾਡੇ ਮਾਨਯੋਗ ਮਾਲ ਮੰਤਰੀ ਸਾਹਿਬ ਸਾਨੂੰ ਭਰੋਸਾ ਦਿੰਦੇ ਰਹੇ ਵੀ ਅਸੀਂ ਭਰਤੀ ਬਹੁਤ ਜਲਦ ਕਰਨ ਜਾ ਰਹੇ ਹਾਂ। ਅੱਜ ਕੱਲ ਕਰਦੇ ਬਿਲਕੁਲ ਲੱਤ ਆ ਗਈ। ਅਸੀਂ ਦੇਖਿਆ ਹੁਣ ਤਾਂ ਬਿਲਕੁਲ ਲਾਸਟ 6 ਮਹੀਨੇ ਸਰਕਾਰ ਦੇ ਰਹਿ ਗਏ। ਜੇ ਅੱਜ ਅਸੀਂ ਢਿੰਡ ਸਾਹਿਬ, ਤੁਹਾਨੂੰ ਪਤਾ ਹੈ ਕਿ ਤੁਹਾਡੀ ਇਸ ਵਾਧੂ ਚਾਰਜ ਛੱਡਣ ਨਾਲ ਪ੍ਰਭਾਵਿਤ ਤਾਂ ਲੋਕ ਹੋ ਰਹੇ ਨੇ, ਸਰਕਾਰ ਥੋੜੋ ਹੋ ਰਹੀ ਹੈ। ਕੰਮ ਤਾਂ ਲੋਕਾਂ ਦਾ ਰੁਕਿਆ। ਬਿਲਕੁਲ ਕੰਮ ਲੋਕਾਂ ਦਾ ਰੁਕਿਆ, ਸਰਕਾਰ ਦਾ ਵੀ ਰੁਕਿਆ। ਸਰਕਾਰ ਦਾ ਰੈਵਨਿਊ ਦਾ ਕੰਮ ਬਿਲਕੁਲ ਠੱਪ ਹੋਇਆ। ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਪਬਲਿਕ ਨੂੰ ਕਿ ਦੇਖੋ ਅਸੀਂ ਤਾਂ ਪਟਵਾਰੀ ਬਣ ਗਏ। ਪਟਵਾਰੀ ਦਾ ਭਰਤੀ ਪਬਲਿਕ ਦੇ ਵਿੱਚ ਹੀ ਹੋਣਾ ਨਾ, ਕਿਸੇ ਦੇ ਬੇਟੇ ਨੇ ਹੋਣਾ, ਕਿਸੇ ਦੀ ਬੇਟੀ ਨੇ ਹੋਣਾ, ਕੁਝ ਵੀ ਆ। ਪਬਲਿਕ ਕਰਕੇ ਸਾਡੀ ਇਹ ਲੜਾਈ ਆ। ਅਸੀਂ ਸਿਰਫ ਨੌਜਵਾਨਾਂ ਨੂੰ ਬਚਾਉਣ ਵਾਸਤੇ ਲੜ ਰਹੇ ਹਾਂ, ਕਿਉਂਕਿ ਅੱਜ ਪੰਜਾਬ ਦਾ ਨੌਜਵਾਨ ਹਤਾਸ਼ ਹੋ ਕੇ, ਕੋਈ ਰੁਜ਼ਗਾਰ ਦੇ ਸਾਧਨ ਨਹੀਂ, ਵਿਦੇਸ਼ਾਂ ਵੱਲ ਭੱਜ ਰਿਹਾ ਉਹ। ਔਰ ਜੇ ਨੌਜਵਾਨਾਂ ਨੂੰ ਡਾਂਗਾਂ ਖਾ ਕੇ, ਟੈਂਕੀਆਂ ਚੜ੍ਹ ਕੇ ਨੌਕਰੀ ਵੀ ਮਿਲਦੀ ਆ, ਤਾਂ ਉਹਨੂੰ ਫਿਰ ਪ੍ਰੋਬੇਸ਼ਨਰੀ ਪੀਰੀਅਡ ਸ਼ੁਰੂ ਤੋਂ ਚੱਲਿਆ ਆ ਰਿਹਾ। ਪਰ 2015 ਦੇ ਵਿੱਚ ਔਰ ਉਹਨਾਂ ਦੇ ਭਾਈਵਾਲ ਆ ਕੇ ਕਾਂਗਰਸ, ਇਹਨਾਂ ਨੇ 3 ਸਾਲ ਦਾ ਕਰਤਾ ਜੀ। ਪ੍ਰੋਬੇਸ਼ਨਰੀ ਪੀਰੀਅਡ ਸੀ, ਕਹਿੰਦਾ ਚਾਹੇ 5 ਸਾਲ ਦਾ ਕਰ ਦਿਓ, ਪਰ ਉਹਦੇ ਵੀ ਤੁਸੀਂ ਉਹਨੂੰ ਬੰਦੇ ਨੂੰ ਤਨਖਾਹ ਤਾਂ ਪੂਰੀ ਦਿਓ ਨਾ। ਪ੍ਰੋਬੇਸ਼ਨਰੀ ਪੀਰੀਅਡ ਆ ਵੀ ਥੋੜੀ ਪਰਖ ਆ ਵੀ ਤੁਸੀਂ ਕੋਈ ਗਲਤ ਕੰਮ ਕਰੋਗੇ ਤੁਹਾਨੂੰ ਅਸੀਂ ਡਿਸਮਿਸ ਕਰ ਦਾਂਗੇ। ਛੋਟਾ ਜਿਹਾ ਸਵਾਲ ਹੋਰ ਹੈ ਕਿ ਬਹੁਤ ਸਾਰੇ ਥਾਵਾਂ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਜਿਹੜੇ ਪਟਵਾਰੀ ਨੇ ਉਹਨਾਂ ਨੇ ਪ੍ਰਾਈਵੇਟ ਬੰਦੇ ਰੱਖੇ ਹੁੰਦੇ ਨੇ ਆਪਣੇ ਤੌਰ ਤੇ, ਅੱਗੇ ਉਹ ਪੈਸੇ ਦੇ ਕੇ ਕੰਮ ਚਲਾਈ ਜਾਂਦੇ ਨੇ ਕਿ ਤੂੰ ਇੱਥੇ ਜਾ ਆਹ ਕੰਮ ਕਰ ਲੈ। ਬਿਲਕੁਲ ਇਸ ਗੱਲ ਦੇ ਵਿੱਚ ਇਹ ਆ ਵੀ ਜਿਹੜਾ ਸ਼ਹਿਰੀਕਰਨ ਹੋ ਗਿਆ, ਉੱਥੇ ਰਿਕਾਰਡ ਇੰਨਾ ਜ਼ਿਆਦਾ ਵੱਧ ਚੁੱਕਿਆ। ਉਹ ਜਿਹੜੇ ਪ੍ਰਾਈਵੇਟ ਬੰਦੇ ਨੇ ਉਹ ਸਾਡੇ ਲੋਕਾਂ ਵਾਸਤੇ ਪ੍ਰਾਈਵੇਟ ਨੇ, ਸਾਡੇ ਉਹ ਚੌਂਕੀਦਾਰ ਜਾਂ ਸਾਡੇ ਨੰਬਰਦਾਰ ਸਾਹਿਬਾਨ ਨੇ ਜਿਹੜੇ ਸਾਡਾ ਹੈਲਪ ਕਰਦੇ ਨੇ ਸਾਡੀ ਬੈਕ ਐਂਡ ਦੇ, ਕਿਉਂਕਿ ਰਿਕਾਰਡ ਇੰਨਾ ਜ਼ਿਆਦਾ ਵੱਧ ਚੁੱਕਿਆ। ਤੁਹਾਨੂੰ ਮੈਂ ਦੱਸ ਰਿਹਾ ਸੀਗਾ ਵੀ ਤੁਹਾਨੂੰ ਤਾਂ ਪਤਾ ਹੈ ਵੀ ਰਿਕਾਰਡ ਵੱਧ ਚੁੱਕਿਆ, ਸਰਕਾਰ ਨੂੰ ਨਹੀਂ ਪਤਾ? ਫਿਰ ਸਰਕਾਰ ਨੂੰ ਸਾਰਾ ਕੁਝ ਪਤਾ ਜੀ। ਸਰਕਾਰ ਨੂੰ ਕੀ ਨਹੀਂ ਪਤਾ? ਸਰਕਾਰ ਨੂੰ ਜਦੋਂ ਇਹ ਪਤਾ ਵੀ ਅਸੀਂ ਮਤਲਬ ਨਵੀਆਂ ਤਹਿਸੀਲਾਂ ਬਣਾਉਣੀਆਂ ਨੇ, ਨਵੇਂ ਜ਼ਿਲ੍ਹੇ ਬਣਾਉਣੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਪਟਵਾਰੀ ਭਰਤੀ ਕਰਨੇ ਨੇ। ਸਭ ਤੋਂ ਸਰਕਾਰ ਦਾ ਕਮਾਊ ਮਹਿਕਮਾ, ਸਭ ਤੋਂ ਪੁਰਾਣਾ ਮਹਿਕਮਾ, ਔਰ ਪੁਰਾਣਾ ਮਹਿਕਮਾ ਹੋਣ ਦੇ ਬਾਵਜੂਦ ਪਿਛਲੇ 70 ਸਾਲ ਤੋਂ ਪਟਵਾਰੀਆਂ ਕੋਲ ਦਫ਼ਤਰ ਵੀ ਨਹੀਂ ਹੈਗਾ ਅਜੇ ਤੱਕ। ਇਹ ਵੀ ਗੱਲ ਸਾਹਮਣੇ ਆਈ ਸੀ ਵੀ ਕੋਈ ਕਿਰਾਏ ਤੇ ਬੈਠਾ ਹੈ, ਕੋਈ ਕਿਵੇਂ ਚੁਬਾਰੇ 'ਚ ਬੈਠਾ ਹੁੰਦਾ। ਪਟਵਾਰਖਾਨਾ ਲੱਭਣਾ ਸਭ ਤੋਂ ਵੱਡੀ ਸਮੱਸਿਆ ਹੋ ਜਾਂਦੀ ਹੈ। ਦੇਖੋ ਗੱਲ ਉਹੀ ਆ ਗਈ ਨਾ, ਤਹਿਸੀਲਾਂ ਦੀ ਗਿਣਤੀ 91 ਹੋ ਚੁੱਕੀ ਆ। 2 ਤਹਿਸੀਲਾਂ ਨਵੀਆਂ ਐਲਾਨ ਹੋ ਗਈਆਂ, ਅਮਰਗੜ੍ਹ ਤੇ ਚਗਾਵਾਂ, 93 ਤਹਿਸੀਲਾਂ ਹੋ ਗਈਆਂ। ਕਿਸੇ ਤਹਿਸੀਲਾਂ ਦੇ ਵਿੱਚ ਇਨਫਰਾਸਟ੍ਰਕਚਰ ਨਹੀਂ ਹੈਗਾ ਪ੍ਰੋਪਰ, ਉਹਦੇ ਵਿੱਚ ਫਰਦ ਕੇਂਦਰ ਹੋਵੇ, ਉੱਥੇ ਹੀ ਪਟਵਾਰੀ ਦਾ ਦਫ਼ਤਰ ਹੋਵੇ। ਪੈਸੇ ਮਿਲਦੇ ਨੇ ਕਿਰਾਏ ਦੇ? ਕਿਰਾਏ ਦੇ ਸਾਨੂੰ ਮਿਲਦੇ ਨੇ ਜੀ 140 ਰੁਪਏ ਸਾਨੂੰ ਪ੍ਰਤੀ ਮਹੀਨਾ ਮਿਲਦੇ ਨੇ ਇੱਕ ਸਰਕਲ ਦੇ। 140 ਦੇ ਵਿੱਚ ਦੇਖੋ ਵੀ ਦਫ਼ਤਰ ਆ ਜਾਊਗਾ। 140 ਤਾਂ ਇੱਕ ਦਿਨ ਵੀ ਮੈਂ ਕੀ ਕਹਾਂ। ਮੇਰੇ ਕੋਲ ਸਰਕਾਰ ਦਾ ਪੱਤਰ ਹੈ ਜੀ ਇਹ, ਮਤਲਬ ਇਹ ਸਾਡੇ
140 ਰੁਪਿਆ ਤੁਹਾਨੂੰ ਪ੍ਰਤੀ ਮਹੀਨੇ ਸਾਨੂੰ ਦਫ਼ਤਰ ਦਾ ਕਿਰਾਇਆ ਮਿਲਦਾ। ਦਫ਼ਤਰ ਦਾ ਕਿਰਾਇਆ 140 ਰੁਪਏ ਪ੍ਰਤੀ ਮਹੀਨਾ ਜੀ। 16/1/2015 ਦਾ ਇਹ ਲੈਟਰ ਆ। ਪਹਿਲਾਂ ਇਹ ਸਾਡਾ 70 ਰੁਪਏ ਸੀਗਾ, ਵਧਾਤਾ 70 ਤੋਂ ਵੱਧ ਕੇ 140 ਕੀਤਾ, ਮਤਲਬ ਡਬਲ ਹੋਇਆ। ਔਰ ਸਾਡਾ ਸਟੇਸ਼ਨਰੀ ਭੱਤਾ ਪਹਿਲਾਂ 50 ਰੁਪਏ ਸੀ, ਉਹ 100 ਰੁਪਏ ਕੀਤਾ। ਔਰ ਸਾਡਾ ਬਸਤਾ ਭੱਤਾ ਜੋ ਅਸੀਂ ਰਿਕਾਰਡ ਅਸੀਂ ਮੇਨਟੇਨ ਕਰਦੇ ਹਾਂ, ਉਹਦਾ ਸਾਨੂੰ 100 ਰੁਪਏ ਭੱਤਾ ਦਿੱਤਾ ਜਾ ਰਿਹਾ। ਦੇਖੋ ਅੱਜ ਦੇ ਮਹਿੰਗਾਈ ਦੇ ਸਮੇਂ ਦੇ ਵਿੱਚ ਕਿੰਨਾ ਰਿਕਾਰਡ ਵੱਧ ਗਿਆ, ਕਿੰਨਾ ਅਹਿਮ ਰਿਕਾਰਡ ਆ। ਸਰਕਾਰਾਂ ਭੱਤਿਆਂ ਵਾਲੇ ਪਾਸਿਓਂ, ਸਰਕਾਰਾਂ ਦਫ਼ਤਰ ਵਾਲੇ ਪਾਸੇ ਭੱਜ ਰਹੀਆਂ ਨੇ ਆਪਣੀ ਜ਼ਿੰਮੇਵਾਰੀ ਤੋਂ। ਉਹ ਤੋਂ ਫਿਰ ਲੋਕ ਕਹਿੰਦੇ ਨੇ ਕਿ ਪਟਵਾਰੀ ਸਾਹਿਬ ਪੈਸੇ ਮੰਗਦੇ ਨੇ ਸਾਤੋਂ। ਦੇਖੋ ਜੀ, ਪਟਵਾਰੀ ਦੇ ਜੌਬ ਦੇ ਵਿੱਚ ਇੰਨੀ ਕੁ ਗੱਲ ਹੁੰਦੀ, ਸਾਡੀ ਖੁੱਲੀ ਭਰਤੀ ਪਿਛਲੇ ਲੰਬੇ ਸਮੇਂ ਤੋਂ ਸਟਰਗਲ ਕਰਕੇ 2016 ਦੇ ਵਿੱਚ ਹੋਈ। 1227 ਬੰਦਿਆਂ ਨੇ ਟੈਸਟ ਦਿੱਤਾ। ਟੈਸਟ ਤੋਂ ਬਾਅਦ ਜਿਹੜੇ ਬੰਦੇ ਸਿਲੈਕਟ ਹੋ ਗਏ, 450 ਬੰਦਾ ਨੌਕਰੀ ਛੱਡ ਕੇ ਚਲਿਆ ਗਿਆ। ਅੱਛਾ, ਜੇ ਪਟਵਾਰੀ ਨੂੰ ਇੰਨੀਆਂ ਕੁ ਮੌਜਾਂ ਹੁੰਦੀਆਂ, 450 ਬੰਦਾ ਕਿਉਂ ਛੱਡ ਕੇ ਜਾਂਦਾ ਜੀ? ਉਹਨਾਂ ਨੇ ਦੇਖਿਆ ਕਿ ਬਾਹਰੋਂ ਦੇਖਣ ਨੂੰ ਬਹੁਤ ਵਧੀਆ ਲੱਗਦਾ, ਜਿਵੇਂ ਤੁਸੀਂ ਗੱਲ ਕੀਤੀ ਆ ਵੀ ਪਟਵਾਰੀ ਨੂੰ ਬੜੀਆਂ ਮੌਜਾਂ ਨੇ। ਚਾਹੇ ਕੋਈ ਕੁਦਰਤੀ ਆਫਤ ਆ ਜਾਵੇ, ਕੋਈ ਫਲੱਡ ਆ ਜਾਵੇ, ਕੋਈ ਗੜੇਮਾਰੀ ਹੋ ਜੇ, ਅਸੀਂ ਮੂਹਰੇ ਹੋ ਕੇ ਖੜਦੇ ਹਾਂ। ਅੱਛਾ, ਕੰਮ ਕਿਹੜੇ ਨੇ? ਜੇ ਬਹੁਤ ਸਾਰੇ ਲੋਕਾਂ ਨੂੰ ਤਾਂ ਮੌਜਾਂ ਲੱਗਦੀਆਂ ਕਿ ਪਟਵਾਰੀ ਤਾਂ ਬਣ ਜਾਓ ਤੇ ਮੌਜ ਹੀ ਮੌਜ ਹੈ। ਜੇ ਤੁਸੀਂ ਕੰਮਾਂ ਦੀ ਗਿਣਤੀ ਕਰੋ ਜਾਂ ਸਰਕਲ ਇੱਕ ਪਟਵਾਰੀ ਨੂੰ ਕਿੰਨੇ ਮਿਲੇ ਹੋਏ ਸੀਗੇ ਜਿਹੜੇ ਵਾਧੂ ਚਾਰ? ਪਟਵਾਰੀਆਂ ਕੋਲੇ ਜਾਂ ਔਸਤ ਜਿਹੜਾ ਹੁਣ ਅਸੀਂ ਅੰਕੜਾ ਕੱਢਿਆ, ਪਟਵਾਰੀ ਕੋਲ 3 ਤੋਂ 5 ਸਰਕਲ ਹਰੇਕ ਕੋਲੇ ਸੀਗੇ। ਆਪਦੇ ਤੋਂ ਬਿਨਾਂ ਸਰਕਲ 'ਚ ਐਵਰੇਜ ਕਿੰਨੇ ਪਿੰਡ ਨੇ? ਇੱਕ ਸਰਕਲ ਦੇਖੋ ਸਾਡੇ ਏਕੜਾਂ ਦੇ ਮੁਤਾਬਕ ਹੈ ਜੀ। ਤਕਰੀਬਨ 4500 ਤੋਂ 5000 ਏਕੜ ਤੱਕ ਸਾਡਾ ਜਿਹੜਾ ਹੈਗਾ ਮਤਲਬ ਸਰਕਲ ਬੰਦੀ ਹੈਗੀ ਹੋਈ। ਲੁਧਿਆਣੇ ਦੇ ਵਿੱਚ ਥੋੜੇ ਸਰਕਲ ਛੋਟੇ ਨੇ, 5 ਗੁਣਾ ਹੋ ਜਾਂਦੀ ਆ ਉਹ। 5 ਗੁਣਾ ਹੋ ਜਾਂਦੀ ਆ, 5 ਗੁਣਾ ਕੰਮ। ਤੇ ਕੱਲਾ ਬੰਦਾ ਕਿੱਥੇ ਜਾ ਸਕਦਾ? ਬਿਲਕੁਲ ਉਹੀ ਗੱਲ ਆ ਗਈ ਨਾ, 5 ਗੁਣਾ। ਹੁਣ ਜਿਵੇਂ ਆਪਾਂ ਲੁਧਿਆਣੇ ਦੀ ਗੱਲ ਕਰੀਏ, ਸਨਅਤੀ ਜ਼ਿਲ੍ਹਾ ਸਾਡਾ ਲੁਧਿਆਣਾ, 441 ਸਰਕਲ ਨੇ ਜੀ, 116 ਬੰਦੇ ਕੰਮ ਕਰ ਰਹੇ ਨੇ। ਤੁਸੀਂ ਨਹੀਂ ਚਾਹੁੰਦੇ ਵਾਧੂ ਚਾਰਜ ਮਿਲੇ? ਬਿਲਕੁਲ ਨਹੀਂ ਚਾਹੁੰਦੇ। ਤੁਹਾਡੇ ਬੰਦੇ ਸਾਰੇ ਐਸੋਸੀਏਸ਼ਨ, ਸਾਡੀ ਸਾਰੀ ਐਸੋਸੀਏਸ਼ਨ, ਸਾਡੀ ਸਟਰੈਂਥ ਇਹੀ ਆ। ਸਾਡੀ ਇੱਕੋ ਯੂਨੀਅਨ ਹੈ ਜੀ, ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਔਰ ਦੀ ਰੈਵਨਿਊ ਕਨਵਰਸੇਸ਼ਨ ਪੰਜਾਬ। ਸਾਡੀ ਤਾਲਮੇਲ ਕਮੇਟੀ ਬਣੀ ਆ। ਅਸੀਂ ਪਬਲਿਕ ਦੇ ਨਾਲ ਜੁੜੇ ਹੋਏ ਬੰਦੇ ਆ। ਅਸੀਂ ਚਾਹੁੰਦੇ ਆ ਕਿ ਪਬਲਿਕ ਨੂੰ ਇਨਸਾਫ ਮਿਲੇ। ਜਦੋਂ ਸਾਡੇ ਕੋਲ 5 ਗੁਣਾ ਕੰਮ ਆ, ਸਾਤੋਂ ਪਬਲਿਕ ਬਾਰ-ਬਾਰ ਆ ਕੇ ਸਾਤੋਂ ਜਦੋਂ ਮੁੜਦੀ ਆ, ਸਾਡੇ ਕੋਲ ਕੰਮ ਦਾ ਵਾਧੂ ਬੋਝ ਆ, ਲੋਕਾਂ ਦੇ ਰਿਕਾਰਡ ਦੇ ਵਿੱਚ ਗਲਤੀ ਵੀ ਹੋ ਰਹੀ ਆ, ਨਿਸ਼ਾਨਦੇਹੀ ਦੇ ਕੰਮ, ਤਕਸੀਮਾਂ ਦੇ ਕੰਮ ਡਿਲੇ ਵੀ ਹੋ ਰਹੇ ਨੇ। ਹੁਣ ਦੇਖੋ, ਅਸੀਂ ਸਿਰਫ ਸਰਕਾਰ ਕੋਲ ਇੱਕ ਮੰਗ ਕੀਤੀ ਸੀ ਕਿ ਕਾਨੂੰਗੋ ਸਰਕਲ ਦੇ ਉੱਪਰ ਕੰਮ ਜ਼ਿਆਦਾ ਹੋ ਗਿਆ। ਪਿਛਲੇ ਟਾਈਮ ਦੇ ਵਿੱਚ ਡਿਮਾਰਕੇਸ਼ਨ ਬਹੁਤ ਘੱਟ ਸੀਗੀ, ਨਿਸ਼ਾਨਦੇਹੀਆਂ ਘੱਟ ਸੀ, ਤਕਸੀਮਾਂ ਘੱਟ ਸੀ। ਹੁਣ ਲੋਕਾਂ ਦੇ ਮਸਲੇ ਵੱਧ ਗਏ। ਉਹ ਸਾਡੀ 7 ਪਟਵਾਰ ਸਰਕਲਾਂ ਪਿੱਛੇ ਕਾਨੂੰਗੋ ਦੀ ਮੰਗ ਜਿਹੜੀ ਸੀ 2016 ਦੇ ਵਿੱਚ ਮੰਨੀ ਹੋਈ ਆ, ਹਜੇ ਤੱਕ ਸਰਕਾਰ ਨੇ ਲਾਗੂ ਨਹੀਂ ਕੀਤੀ। ਜੇ ਕਾਨੂੰਗੋ ਸਰਕਲ ਵਧਣਗੇ ਤਾਂ ਲੋਕਾਂ ਦੇ ਨਿਸ਼ਾਨੀਆਂ ਟਾਈਮ ਤੇ ਰਹਿਣਗੀਆਂ। ਤੁਹਾਡੇ ਕੋਲ ਰੁਪਿੰਦਰ ਸਿੰਘ ਗਰੇਵਾਲ ਸਾਡੇ ਨਾਲ ਨੇ, ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਨੇ। ਜਿਸ ਤਰ੍ਹਾਂ ਪਟਵਾਰੀਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਉਹ ਕਹਿੰਦੇ ਸਰਕਲ ਸਾਡੇ ਜਿਹੜੇ ਨੇ, ਸਾਡੇ ਕੋਲ ਵਾਧੂ ਚਾਰਜ ਸੀਗਾ, ਛੱਡਣਾ ਪਿਆ ਕਿਉਂਕਿ ਨਾ ਭਰਤੀ ਹੋਈ, ਨਾ ਉਹਨਾਂ ਨੂੰ ਪ੍ਰੋਪਰ ਜਿਹੜੇ ਪ੍ਰੋਬੇਸ਼ਨਰੀ ਪੀਰੀਅਡ ਤੋਂ ਬਾਅਦ ਰੈਗੂਲਰ ਕੀਤਾ ਗਿਆ। ਤੁਹਾਡੀਆਂ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਬਹੁਤ? ਨਹੀਂ, ਸਾਡੇ ਸਮੱਸਿਆ ਨਹੀਂ ਹੈ ਜੀਆਂ ਇੱਦਾਂ ਦੀਆਂ। ਸਾਡੇ ਸਮੱਸਿਆ ਸਿਰਫ ਹੈ ਵੀ ਜਿਹੜੇ ਸਾਡੇ ਕਾਨੂੰਗੋ ਨੇ, ਅਸੀਂ ਕਾਨੂੰਗੋ ਦੇ ਥੱਲੇ 10 ਪਟਵਾਰੀ ਕੰਮ ਕਰਦੇ ਨੇ। ਉਹਦੇ ਵਿੱਚ ਸਾਨੂੰ ਵੀ ਪ੍ਰੋਬਲਮ, ਜਿੱਦਾਂ ਪਟਵਾਰੀ ਦੀ ਭਰਤੀ ਹੋ ਰਹੀ, ਸਾਡੇ ਲਈ ਵੀ ਪ੍ਰੋਬਲਮ ਆ। ਕਿਉਂਕਿ ਸਾਡੇ ਕੋਲੇ ਜੇ ਹੁਣ 10 ਸਰਕਲਾਂ ਦੇ ਵਿੱਚ ਸਿਰਫ 2 ਪਟਵਾਰੀ ਨੇ, 7 ਸਰਕਲ ਖਾਲੀ ਆ, 8 ਸਰਕਲ। ਉਹ 8 ਸਰਕਲਾਂ ਦਾ ਕੰਮ ਅਸੀਂ ਵੀ ਕਿੱਦਾਂ ਪਟਵਾਰੀ ਤੋਂ ਲੈ ਰਹੇ ਹਾਂ? ਸਾਡੇ ਤੇ ਉੱਪਰ ਵੀ ਪ੍ਰੈਸ਼ਰ ਬਣਦਾ, ਅਫਸਰ ਪਾਉਂਦੇ ਆ ਪ੍ਰੈਸ਼ਰ ਵੀ ਆਹ ਡਿਮਾਂਡ ਦਿਓ, ਸਾਨੂੰ ਆਹ ਦਿਓ। ਹੁਣ ਇੱਕ ਪਟਵਾਰੀ 5-5 ਸਰਕਲਾਂ ਜਾਂ 3-3 ਸਰਕਲਾਂ ਦਾ ਕੰਮ ਕਰਦਾ, ਉਹਨੂੰ ਸਾਨੂੰ ਵੀ ਔਖਾ ਲੱਗਦਾ ਵੀ ਸਾਡਾ ਛੋਟੇ ਭਾਈ ਨੇ, ਅਸੀਂ ਇਹਨਾਂ ਨੂੰ ਕਿਉਂ ਪ੍ਰੈਸ਼ਰ ਪਾਈਏ? ਕਿਉਂਕਿ ਇਹਨਾਂ ਕੋਲੇ ਪਹਿਲੇ ਪ੍ਰੈਸ਼ਰ ਜ਼ਿਆਦਾ ਹੋਣ ਕਰਕੇ। ਅੱਛਾ, ਜਿਹੜੀਆਂ ਪਟਵਾਰੀ ਕਿੰਨੇ ਸਾਲ ਬਾਅਦ ਇੱਕ ਕਾਨੂੰਗੋ ਬਣਦਾ, ਕੀ ਪ੍ਰੋਸੀਜਰ ਹੈਗਾ ਇਸ ਦਾ? ਦੇਖੋ ਜੀ, ਅਸਲੀ ਤਾਂ ਪਹਿਲਾਂ ਸੀਗਾ ਵੀ 10 ਸਾਲ ਦੀ ਜਿਹਦੀ ਸਰਵਿਸ ਹੋ ਜੇ, ਉਹ 10 ਸਾਲ ਬਾਅਦ ਕਾਨੂੰਗੋ ਦੀ ਪ੍ਰਮੋਸ਼ਨ ਹੋਣੀ ਆ। ਪਰ ਇੰਨਾ ਪ੍ਰਮੋਸ਼ਨ ਦਾ ਸਾਡਾ ਘੱਟ ਆ, ਕਿਉਂਕਿ ਅਸੀਂ ਪਿਛਲੀ ਜਦੋਂ ਪਟਵਾਰ ਯੂਨੀਅਨ ਅਸੀਂ ਪਹਿਲਾਂ, ਮੈਂ ਵੀ ਪਟਵਾਰ ਯੂਨੀਅਨ 'ਚ ਪਹਿਲਾਂ ਪ੍ਰਧਾਨ ਰਿਹਾ ਸੀ ਡਿਸਟ੍ਰਿਕਟ ਦੇ ਲੁਧਿਆਣੇ ਦੇ ਵਿੱਚ। ਅਸੀਂ ਮੰਗ ਦੇ ਵਿੱਚ ਪਹਿਲਾਂ ਸਾਡੀ ਜਿਹੜੀ ਪ੍ਰਮੋਸ਼ਨ ਸੀਗੀ ਉਹ 80% ਕੋਟਾ ਸੀਗਾ ਸਾਡਾ। ਹੁਣ ਅਸੀਂ ਉਹੀ ਜਿਹੜਾ ਅਸੀਂ ਕੋਟਾ ਸੀ ਪਟਵਾਰੀਆਂ 20% ਡਾਇਰੈਕਟ ਕੋਟਾ ਸੀ ਕਾਨੂੰਨਾਂ ਦਾ, ਅਸੀਂ ਉਹ ਸੰਘਰਸ਼ ਕਰਕੇ ਅਸੀਂ ਉਹ ਪਟਵਾਰੀਆਂ 'ਚ 100% ਕਰਵਾਇਆ। ਉਹ ਡਾਇਰੈਕਟ ਕੋਟਾ ਸੀ ਉਹ ਬੰਦ ਕਰਵਾਤਾ। ਔਰ ਜਦੋਂ ਹੁਣ ਸਾਡੀਆਂ ਪ੍ਰਮੋਸ਼ਨਾਂ ਹੁੰਦੀਆਂ ਨੇ, ਉਹਦੇ ਵਿੱਚ ਸਾਨੂੰ 30 31 ਸਾਲ ਤੋਂ ਬਾਅਦ ਸਾਨੂੰ ਕਾਨੂੰਗੋ ਬਣਦਾ। ਕਿਉਂਕਿ ਮੈਂ ਪਿਛਲੇ 2019 ਦੇ ਵਿੱਚ ਮੇਰੀ 89 ਦੀ ਅਪਾਇੰਟਮੈਂਟ ਆ, ਔਰ ਮੈਂ 31 ਸਾਲ ਬਾਅਦ ਕਾਨੂੰਗੋ ਬਣਿਆ। ਤੁਹਾਨੂੰ ਬਣਨਾ 10 ਸਾਲ ਬਾਅਦ ਚਾਹੀਦਾ ਸੀ ਤੇ 31 ਸਾਲ ਬਾਅਦ ਬਣਿਆ ਜੀ। ਇਸ ਕਰਕੇ ਸਾਡੀਆਂ ਜਿਹੜੀਆਂ ਪ੍ਰਮੋਸ਼ਨਾਂ ਇਹ ਬਹੁਤ ਘੱਟ ਨੇ। ਔਰ ਸਾਡੀ ਵੀ ਇਹ ਮੰਗ ਆ ਵੀ ਜਿਹੜੀਆਂ ਸਾਡੀ ਮੰਗ ਦੇ ਵਿੱਚ, ਕਿਉਂਕਿ ਸਾਡੀ ਤਾਲਮੇਲ ਹੁਣ ਪਹਿਲਾਂ ਪਟਵਾਰੀ ਤੇ ਕਾਨੂੰਗੋ ਆਪਦੀ ਸਟ੍ਰਾਈਕ ਕਰਦੇ ਸੀ ਤੇ ਪਟਵਾਰੀ ਵੱਖਰੀ ਕਰਦੇ ਸੀ। ਹੁਣ ਅਸੀਂ ਤਾਲਮੇਲ ਕਮੇਟੀ ਬਣਾਈ ਹੈ, ਜਦੋਂ ਦੇ ਅਸੀਂ ਦੋਨੇ ਹੀ ਭਰਾ, ਵੱਡਾ ਆਪਣੇ ਪ੍ਰਧਾਨ ਜੀ ਬਣਿਆ, ਮੈਂ ਬਣਿਆ, ਅਸੀਂ ਤਾਲਮੇਲ ਕਮੇਟੀ ਬਣਾਈ ਹੈ ਵੀ ਅਸੀਂ ਜਿਹੜਾ ਵੀ ਸੰਘਰਸ਼ ਕਰਨਾ ਸਰਕਾਰ ਦੇ ਨਾਲ ਰਲ ਕੇ ਸੰਘਰਸ਼ ਕਰਨਾ। ਔਰ ਉਹ ਤਾਲਮੇਲ ਦੇ ਵਿੱਚ ਸਾਡਾ ਇੰਨਾ ਵਧੀਆ ਤਾਲਮੇਲ ਚੱਲ ਰਿਹਾ। ਉਹਦੇ ਵਿੱਚ ਅਸੀਂ 11 ਮੈਂਬਰੀ ਕਮੇਟੀ ਬਣਾਈ ਹੈ ਤਾਲਮੇਲ ਕਮੇਟੀ ਦੇ ਵਿੱਚ। ਉਹਦੇ ਵਿੱਚ ਅਸੀਂ ਜੋ ਸੰਘਰਸ਼ ਹੈ ਸਾਡਾ ਚੱਲ ਰਿਹਾ, ਉਸ ਅਸੀਂ ਇਹੀ ਕਹਿੰਦੇ ਹਾਂ ਵੀ ਜਿਹੜੀਆਂ ਸਾਡੀਆਂ ਮੰਗਾਂ ਜਾਇਜ਼ ਮੰਗਾਂ ਨੇ,
ਜਿਹੜੀਆਂ ਵਿੱਤੀ ਮੰਗਾਂ ਨੇ ਉਹ ਜਲਦੀ ਤੋਂ ਜਲਦੀ ਸਰਕਾਰ ਪੂਰੀ। ਸਰਕਾਰ ਜੇ ਨਹੀਂ ਮੰਨਦੀ ਤਾਂ ਕੀ ਐਕਸ਼ਨ ਹੈਗਾ, ਪਲਾਨ? ਸਾਡਾ ਐਕਸ਼ਨ ਤਾਂ ਹੈ ਜੀ, ਦੇਖੋ ਜਿੱਦਾਂ ਹੁਣ ਪਹਿਲਾਂ ਤਾਂ ਅਸੀਂ ਵਾਧੂ ਸਰਕਲਾਂ ਦਾ, ਪਟਵਾਰ ਸਰਕਲਾਂ ਦਾ ਤੇ ਕਾਨੂੰਗੋ ਸਰਕਲਾਂ ਦਾ ਅਸੀਂ ਵਾਧੂ ਸਰਕਲ ਬੰਦ ਕੀਤੇ ਨੇ, ਔਰ ਸਾਡਾ ਗਾਹਾਂ ਵਾਲਾ ਜਿਹੜਾ ਸੰਘਰਸ਼ ਆ ਉਹ ਹੁਣ ਅਸੀਂ ਆਹ 15 ਤੇ 16 ਤਰੀਕ ਨੂੰ ਹਰ ਵੀਰਵਾਰ ਤੇ ਸ਼ੁੱਕਰਵਾਰ ਨੂੰ 11 ਵਜੇ ਤੋਂ 2 ਵਜੇ ਤੱਕ ਸਾਰੀ ਤਹਿਸੀਲ ਹੈੱਡਕੁਆਟਰਾਂ ਦੇ ਪੰਜਾਬ ਦੇ ਵਿੱਚ ਪਟਵਾਰੀ ਤੇ ਕਾਨੂੰਗੋ ਉਹ ਅਸੀਂ ਰੋਸ ਧਰਨੇ ਲਗਾਉਣ ਜਾ ਰਹੇ ਹਾਂ। ਔਰ ਜਿਹੜਾ ਉਸ ਤੋਂ ਬਾਅਦ ਅਗਲਾ ਸੰਘਰਸ਼ ਅਸੀਂ ਜਿਹੜੀ ਤਾਲਮੇਲ ਕਮੇਟੀ ਸਾਡੀ ਹੋਊਗੀ ਉਹਦੇ ਵਿੱਚ ਅਸੀਂ ਸੰਘਰਸ਼ ਕਰਾਂਗੇ। ਪਰ ਹਜੇ ਤੱਕ ਸਰਕਾਰ ਨੇ ਸਾਨੂੰ ਕੋਈ ਮੈਸੇਜ ਨਹੀਂ ਦਿੱਤਾ ਹੈਗਾ ਵੀ ਕੋਈ ਮੀਟਿੰਗ ਜਾਂ ਹੋਰ, ਕਿਉਂਕਿ ਅਸੀਂ 7 ਤਰੀਕ ਤੋਂ ਪਹਿਲਾਂ ਬਠਿੰਡਾ ਡਿਸਟ੍ਰਿਕਟ ਅਸੀਂ ਬੰਦ ਕੀਤਾ ਸੀ ਵਾਧੂ ਸਰਕਲਾਂ। ਉਹ ਇਸ ਕਰਕੇ ਚੁਣਿਆ ਗਿਆ ਸੀ ਕਿਉਂਕਿ ਉੱਥੋਂ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜੀ ਔਰ ਸਾਡੇ ਮਾਲ ਮੰਤਰੀ ਸਾਹਿਬ ਉਸ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ। ਅਸੀਂ ਪਹਿਲਾਂ ਉਸ ਡਿਸਟ੍ਰਿਕਟ ਬੰਦ ਕੀਤਾ ਵਾਧੂ ਸਰਕਲਾਂ ਦਾ ਕਾਨੂੰਗੋ ਤੇ ਪਟਵਾਰੀਆਂ ਨੇ। ਉਸ ਤੋਂ ਬਾਅਦ ਅਸੀਂ 15 ਤਰੀਕ ਤੋਂ ਬਾਅਦ ਅਸੀਂ 15 ਤੋਂ ਅਸੀਂ ਫਰੀਦਕੋਟ ਤੇ ਮਾਨਸਾ ਡਿਸਟ੍ਰਿਕਟ ਬੰਦ ਕੀਤੇ। ਹੁਣ 21 ਤਰੀਕ ਤੋਂ ਅਸੀਂ ਸਾਡੇ 21 ਜੂਨ ਤੋਂ 21/6 ਤੋਂ ਸਾਰੇ ਪੰਜਾਬ ਦੇ ਵਿੱਚ ਟੋਟਲ ਅਸੀਂ ਪਟਵਾਰੀ ਤੇ ਕਾਨੂੰਗੋ ਨੇ ਵਾਧੂ ਸਰਕਲਾਂ ਦਾ ਕੰਮ ਬੰਦ ਕੀਤਾ। ਜੀ ਜੀ, ਢੀਂਡਸਾ ਸਾਹਿਬ, ਜਿਸ ਢੰਗ ਦੇ ਨਾਲ ਰੁਪਿੰਦਰ ਜੀ ਨੇ ਵੀ ਦੱਸਿਆ, ਤੁਸੀਂ ਵੀ ਦੱਸ ਰਹੇ ਹੋ ਕਿ ਇਹ ਨਹੀਂ ਕਿ ਲੋਕਾਂ ਦੀਆਂ ਸਮੱਸਿਆਵਾਂ ਨੇ, ਤੁਹਾਡੀਆਂ ਆਪਣੀਆਂ ਸਮੱਸਿਆਵਾਂ ਵੀ ਨੇ ਪਟਵਾਰੀਆਂ ਦੀਆਂ। ਤੁਸੀਂ ਭਵਿੱਖ ਵਾਸਤੇ ਲੜ ਰਹੇ ਹੋ ਕਿ ਜਿਹੜੇ ਨੌਜਵਾਨ ਨੇ ਜਦੋਂ ਉਹ ਭਰਤੀ ਹੋਣਗੇ, ਜੇਕਰ ਇੰਪਲਾਇਮੈਂਟ ਇੱਥੇ ਮਿਲੇ, ਵਿਦੇਸ਼ ਨਹੀਂ ਜਾਣਗੇ, ਜਾਂ ਜਿਸ ਢੰਗ ਦੇ ਨਾਲ ਨਸ਼ਿਆਂ ਦੀ ਗੱਲ ਹੋ ਰਹੀ ਹੈ, ਹੋਰ ਬਹੁਤ ਕੁਝ ਹੋ ਰਿਹਾ, ਹਤਾਸ਼ ਹੈ ਜਵਾਨੀ, ਤਾਂ ਜੇ ਸਰਕਾਰਾਂ ਚਾਹਣ ਤਾਂ ਇਹੀ ਪੋਸਟਾਂ ਪੂਰੀਆਂ ਭਰ ਕੇ ਕੰਮ ਚਲਾ ਸਕਦੀਆਂ ਨੇ। ਦੇਖੋ ਜੀ, ਮੈਂ ਇੱਥੇ ਰੁਜ਼ਗਾਰ ਮਿਲ ਸਕਦਾ। ਜ਼ਿਕਰ ਕਰਦਾ, ਮੈਂ ਇੱਥੋਂ ਸਰਦਾਰ ਬੇਅੰਤ ਸਿੰਘ ਜੀ ਮਾਲ ਮੰਤਰੀ ਬਣੇ ਸੀ ਜੀ, ਉਹਨਾਂ ਨੂੰ ਲੋਕ ਹੁਣ ਵੀ ਯਾਦ ਕਰਦੇ ਨੇ। ਉਹਨਾਂ ਵੇਲੇ ਪਟਵਾਰੀ ਦੀ ਪੂਰੀ ਭਰਤੀ ਹੋਈ ਸੀ ਜੀ, ਬਲਕਿ ਪਟਵਾਰੀ ਪੋਸਟਾਂ ਨਾਲੋਂ ਵੀ ਵੱਧ ਭਰਤੀ ਕਰ ਲਈ ਸੀ। ਉਹਨਾਂ ਨੇ ਪਿੰਡੂ ਬੱਚਿਆਂ ਨੂੰ ਪਹਿਲ ਦਿੱਤੀ ਸੀ। ਔਰ ਅਸੀਂ ਸਾਡੀ ਇਹੀ ਮੰਗ ਆ ਕਿ ਅੱਜ 3000 ਪੋਸਟ ਖਾਲੀ ਆ। ਜੇ ਪਟਵਾਰੀ ਦਾ ਜਿਹੜਾ ਕੰਮ ਆ ਉਹ ਬਿਲਕੁਲ ਟੈਕਨੀਕਲ ਕੰਮ ਆ ਜੀ, ਉਹਦੀ ਦੇਖੋ ਟ੍ਰੇਨਿੰਗ ਵੀ ਆ 1.5 ਸਾਲ ਦੀ, ਫਿਰ ਉਹ ਆ ਕੇ ਸਿੱਖਦਾ ਆਪਣੇ ਸੀਨੀਅਰ ਤੋਂ। ਜੇ ਕੋਈ ਸਿਖਾਉਣ ਵਾਲੀ ਨਾ ਰਿਹਾ, ਮਹਿਕਮਾ ਹੀ ਖਾਲੀ ਹੋ ਗਿਆ, ਫਿਰ ਤੁਸੀਂ ਕਿੱਧਰ ਨੂੰ ਲੈ ਕੇ ਜਾਓਗੇ? ਔਰ ਸਭ ਤੋਂ ਵੱਡੀ ਗੱਲ, ਸਾਡਾ ਰਿਕਾਰਡ ਕੰਪਿਊਟਰਾਈਜੇਸ਼ਨ ਸ਼ੁਰੂ ਹੋਇਆ 2006 ਦੇ ਵਿੱਚ। ਇੱਕ ਕੰਪਨੀ ਹਾਇਰ ਕੀਤੀ ਗਈ, ਜਿਵੇਂ ਬੈਂਕਾਂ ਦਾ ਰਿਕਾਰਡ ਕੰਪਿਊਟਰਾਈਜ਼ ਹੋਇਆ ਵੀ ਰਿਕਾਰਡ ਕੰਪਿਊਟਰਾਈਜ਼ ਕਰਕੇ ਸਾਡੇ ਕੋਲ ਹੈਂਡਓਵਰ ਕਰਨਾ ਸੀ। ਅੱਜ ਸਾਡੇ ਸਾਰੇ ਪੰਜਾਬ ਦਾ ਪਟਵਾਰੀ, ਮੈਂ ਤਾਂ ਦਾਅਵੇ ਨਾਲ ਕਹਿਣਾ ਜਿੰਨੇ ਅਸੀਂ ਸਰਵਿਸ ਦੇ ਵਿੱਚ ਆ, ਪਟਵਾਰੀ ਦੇ ਕਾਨੂੰਗੋ ਸਾਰੇ ਸਾਡੇ ਟੈਕਨੀਕਲ ਤੌਰ ਤੇ ਕੰਮ ਸਾਰਾ ਜਾਣਦੇ ਨੇ। ਕੰਪਿਊਟਰ ਦਾ ਸਾਡਾ ਕੋਰਸ ਜਿਹੜਾ ਹੁੰਦਾ DLR ਦਫ਼ਤਰ ਦੇ ਵਿੱਚ ਜਲੰਧਰ ਸਾਡਾ ਜਿਹੜਾ ਹੈੱਡਕੁਆਟਰ ਆ, ਉੱਥੋਂ ਦੀ ਸਰਟੀਫਿਕੇਟ ਵੀ ਲੈ ਚੁੱਕੇ ਆ। ਸਰਕਾਰ ਸਾਨੂੰ ਲੈਪਟਾਪ ਨਹੀਂ ਮੁਹੱਈਆ ਕਰਾ ਰਹੀ। ਬੜੀ ਜਹਿਦ ਨਾਲ ਸਾਡੀ ਬਰਾਸ ਕਾਨੂੰਗੀ ਦੇ ਵਿੱਚ ਸ਼ੁਰੂ ਹੋਇਆ ਫਤਿਹਗੜ੍ਹ ਸਾਹਿਬ ਤੋਂ ਪਾਇਲਟ ਪ੍ਰੋਜੈਕਟ, ਬੜਾ ਸਕਸੈਸਫੁਲ ਚੱਲ ਰਿਹਾ। ਉੱਥੇ ਪਟਵਾਰੀ ਆਪਦਾ ਕੰਮ ਆਪ ਕਰ ਰਹੇ ਨੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਕੰਪਨੀ ਨੂੰ ਜਿਹੜਾ ਕਲਚਰ ਖਤਮ ਕਰੋ। ਕੰਪਨੀ ਰਾਹੀਂ ਜਿੱਥੇ ਸਰਕਾਰ ਦੇ ਪੈਸੇ ਦੀ ਲੁੱਟ ਹੋ ਰਹੀ ਆ, ਸ਼ੋਸ਼ਣ ਹੋ ਰਿਹਾ ਬੱਚਿਆਂ ਦਾ, ਉਹਦੇ 7-7 ਹਜ਼ਾਰ ਦੇ ਬੱਚੇ ਭਰਤੀ ਕੀਤੇ ਨੇ ਕੰਪਨੀ ਨੇ ਅੱਗੇ। ਉਹ ਕੰਮ ਅਸੀਂ ਆਪ ਕਰਨ ਨੂੰ ਤਿਆਰ ਆ। ਲੈਪਟਾਪ ਸਾਨੂੰ ਸਰਕਾਰ ਦੇਵੇ ਔਰ ਜਿਹੜਾ ਕੰਮ ਸਾਡੇ ਟੇਬਲ ਦੇ ਉੱਪਰ ਹੋ ਜਾਣਾ, ਪਬਲਿਕ ਨੂੰ ਵੀ ਰਿਲੀਫ ਮਿਲੂਗੀ। ਹੁਣ ਪਬਲਿਕ ਫਰਦ ਕੇਂਦਰ ਕੰਪਿਊਟਰਾਂ ਦੇ ਉੱਪਰ ਧੱਕੇ ਖਾਂਦੀ ਫਿਰੀ ਜਾਂਦੀ ਆ। ਅਸੀਂ ਦਫ਼ਤਰ ਬੈਠੇ ਆ, ਕੋਈ ਰਿਕਾਰਡ 'ਚ ਗਲਤੀ ਹੋ ਜਾਂਦੀ ਛੋਟੀ ਮੋਟੀ, ਉਹਦੇ ਵਾਸਤੇ ਪਬਲਿਕ ਨੂੰ ਹੈਰਾਨੀ ਹੁੰਦੀ ਆ। ਔਰ ਇਹ ਸਾਰੀਆਂ ਗੱਲਾਂ ਤੋਂ ਬਾਅਦ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਪਹਿਲਾਂ ਮੰਗ ਪੱਤਰ ਦਿੱਤੇ ਸਾਰੇ MLA ਸਾਹਿਬਾਨ ਨੂੰ। MLA ਸਾਹਿਬਾਨ ਕੋਲ ਅਸੀਂ ਮੰਗਾਂ ਲੈ ਕੇ ਗਏ ਵੀ ਤੁਹਾਡਾ ਹਲਕਾ ਜੀ, ਤੁਸੀਂ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਹੋ, ਤੁਹਾਡੇ ਹਲਕੇ ਦੇ ਵਿੱਚ ਇੰਨੇ ਪਿੰਡ ਖਾਲੀ ਹੋ ਜਾਣਗੇ ਜੇ ਅਸੀਂ ਕੰਮ ਛੱਡਤਾ। ਪਰ ਬੜੇ ਅਫਸੋਸ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਜਿਹੜੀ ਸਰਕਾਰ ਚੱਲ ਰਹੀ ਆ, ਮੈਂ ਤਾਂ ਬੜੇ ਅਫਸੋਸ ਨਾਲ ਕਹਿਣਾ ਕਿ ਉਹ ਉਹਨਾਂ ਦਾ ਗਰਾਊਂਡ ਵਰਕ ਦੇ ਉੱਪਰ ਪਤਾ ਨਹੀਂ ਕੰਮ ਹੀ ਨਹੀਂ ਹੈਗਾ, ਜਾਂ ਉਹ ਅਫਸਰਸ਼ਾਹੀ ਉਹਨਾਂ ਨੂੰ ਗੁੰਮਰਾਹ ਇੰਨਾ ਕਰ ਰਹੀ ਆ ਕਿ ਜਿਹੜੀ ਬੇਸਿਕ ਨੀਡ ਆ ਉਹ ਵੀ ਗੱਲ ਉੱਥੇ ਪਹੁੰਚ ਨਹੀਂ ਰਹੀ। ਪਟਵਾਰੀ ਇੱਕ ਸਰਕਲ ਵਾਸਤੇ ਤੁਸੀਂ ਭਰਤੀ ਕੀਤਾ, ਜਦੋਂ ਤੁਸੀਂ ਉਹਨੂੰ ਕੋਈ ਪਨਿਸ਼ਮੈਂਟ ਦੇਣੀ ਹੁੰਦੀ ਆ, ਕੰਮ ਲੈਣਾ ਹੁੰਦਾ, ਉਦੋਂ ਉਹ ਰੀੜ੍ਹ ਦੀ ਹੱਡੀ ਵੀ ਬਣ ਜਾਂਦਾ। ਕਰੋਨਾ ਕਾਲ ਦੇ ਵਿੱਚ ਅਸੀਂ ਫਰੰਟ ਲਾਈਨ ਦੇ ਉੱਪਰ ਜਾ ਕੇ ਲੜੇ। ਸਾਡੇ ਕਰਤਾਰ ਸਿੰਘ ਲਹਿਰੀ ਬੈਠੇ ਨੇ ਅੰਮ੍ਰਿਤਸਰ, ਉਹਨਾਂ ਨੇ 32 ਸੰਸਕਾਰ ਕੀਤੇ ਜੀ, ਜਿਹਦੇ ਵਿੱਚ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਜਿਹੜੇ ਆਪਣੇ ਸਵਰਗਵਾਸੀ, ਉਹਨਾਂ ਦਾ ਸੰਸਕਾਰ ਵੀ ਉਹਨੇ ਕੀਤਾ। ਜਦੋਂ ਪਟਵਾਰੀਆਂ ਨੂੰ ਕੋਈ ਐਕਸਗ੍ਰੇਸ਼ੀਆ ਦੇਣ ਦੀ ਗੱਲ ਆਉਂਦੀ ਆ ਤਾਂ ਉਦੋਂ ਸਾਡੀ ਸਰਕਾਰ ਭੱਜ ਜਾਂਦੀ ਆ ਉੱਥੋਂ। ਸਾਡੇ ਕਾਨੂੰਗੋ ਗੁਰਮੇਲ ਸਿੰਘ ਲੁਧਿਆਣਾ, ਰਾਓ ਵਰਿੰਦਰ ਸਿੰਘ ਸਾਡੇ ਪਟਵਾਰੀ ਕਪੂਰਥਲਾ, ਸਿੰਦਰਪਾਲ ਜੀ, ਔਰ ਸਾਡੇ ਹੁਣੇ ਪਿਛਲੇ ਦਿਨੀ ਮਾਨਸਾ ਤੋਂ ਪਟਵਾਰੀ ਰਾਮ ਮੋਹਨ ਜੀ ਦੀ ਡੈਥ ਹੋਈ ਹੈ ਕਰੋਨਾ ਨਾਲ। ਕਰੋਨਾ ਕਾਲ ਦੇ ਵਿੱਚ ਉਹਨਾਂ ਨੂੰ ਕੋਈ ਰਿਲੀਫ ਨਹੀਂ ਦਿੱਤੀ। ਦੇਖੋ, ਜਦੋਂ ਕੰਮ ਲੈਣਾ ਉਦੋਂ ਪਟਵਾਰੀ ਰੀੜ੍ਹ ਦੀ ਹੱਡੀ ਆ। ਜਿਹੜਾ ਇਹ ਫਰੰਟ ਲਾਈਨ ਵਰਕਰ ਦੇ ਤੌਰ ਤੇ ਸਰਕਾਰ ਨੇ ਲੈਣਾ ਸੀ 50 ਲੱਖ ਰੁਪਇਆ, ਉਹ ਮਿਲਿਆ? ਕਿਸੇ ਨੂੰ ਨਹੀਂ ਮਿਲਿਆ ਜੀ, ਬਿਲਕੁਲ। ਪੰਜਾਬ ਦੇ ਵਿੱਚ ਸਿੰਗਲ ACP ਅਨਿਲ ਕੋਹਲੀ ਜੀ ਦੀ ਡੈਥ ਹੋਈ ਸੀ, ਉਹਦੇ ਨਾਲ ਗੁਰਮੇਲ ਸਿੰਘ ਕਾਨੂੰਗੋ ਦੀ ਹੋਈ ਸੀ। ਕੋਹਲੀ ਸਾਹਿਬ ਦੇ ਪਰਿਵਾਰ ਨੂੰ ਮਿਲ ਗਿਆ, ਪਰ ਸਾਡੇ ਕਾਨੂੰਗੋ ਸਾਹਿਬ ਦੇ ਪਰਿਵਾਰ ਨੂੰ ਨਹੀਂ ਮਿਲਿਆ। ਕਿਉਂ? ਮਤਲਬ ਹੋਇਆ ਇਹ ਜੀ ਪਾਰਸ਼ੈਲਿਟੀ, ਉਹੀ ਗੱਲ ਕਹਿੰਦੇ ਵੀ ਜਿਹੜੇ ਸਾਡੇ DC ਸਾਹਿਬਾਨ ਨੇ, ਜ਼ਿਲ੍ਹਾ ਕਲੈਕਟਰ ਦੀਆਂ ਬਹੁਤ ਵੱਡੀਆਂ ਪਾਵਰਾਂ ਨੇ। ਜ਼ਿਲ੍ਹਾ ਕਲੈਕਟਰ ਨੇ ਇੱਕ ਮਤਲਬ ਸਰਕਾਰ ਚਲਾਉਣੀ ਆ, ਅਸੀਂ ਉਸੇ ਕਲੈਕਟਰ ਦੇ ਅੰਡਰ ਕੰਮ ਕਰਦੇ ਆ। ਅਸੀਂ ਵੀ ਆਪਦੇ ਆਪ ਨੂੰ ਸਰਕਾਰ ਦਾ ਪਾਰਟ ਮੰਨਦੇ ਆ। ਕੋਈ ਇਲੈਕਸ਼ਨ ਡਿਊਟੀ ਆ ਜੇ, ਕੋਈ ਵੀ ਆਫਤ ਆ ਜੇ, ਅਸੀਂ ਮੂਹਰੇ ਕੰਮ ਕਰਦੇ ਆ। ਪਰ ਬੜੀ ਅਫਸੋਸ ਦੀ ਗੱਲ ਵੀ ਸਾਡੇ ਕਲੈਕਟਰ ਬੈਠੇ ਨੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ 23 ਕਲੈਕਟਰ ਨੇ, ਇੱਕ ਵੀ ਕਲੈਕਟਰ ਨੇ ਮੇਰੇ ਮੁਤਾਬਕ ਤਾਂ ਮੰਗ ਨਹੀਂ ਕੀਤੀ ਹੋਣੀ ਵੀ ਹਾਂਜੀ ਮੇਰੇ ਕੋਲ ਇਹ ਪੋਸਟਾਂ ਖਾਲੀ ਨੇ। ਕਿਉਂ ਕੀਤਾ ਜਾਂਦਾ ਪਟਵਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਕਾਰਨ ਕੀ ਹੈ? ਜਿਹੜਾ ਪੋਲੀਟੀਕਲ ਸਿਸਟਮ ਆ ਨਾ, ਅੱਜ ਕੱਲ੍ਹ ਬਹੁਤ ਗੰਦਲਾ ਹੋ ਚੁੱਕਿਆ। ਸਿਸਟਮ ਇੰਨਾ ਗੰਦਲਾ ਹੋ ਚੁੱਕਿਆ ਕਿ ਸਿਸਟਮ ਦੇ ਵਿੱਚ ਫਿੱਟ ਹੋਣ ਵਾਲੇ ਹੀ DC ਲੱਗਦੇ ਨੇ, ਜਿਹੜੇ
ਅਸਲੀ ਇਮਾਨਦਾਰ ਅਫਸਰ ਨੇ ਜਾਂ ਹੋਰ ਨੇ ਉਹ ਬਿਲਕੁਲ ਬੈਕ ਫੁੱਟ ਤੇ ਬੈਠੇ ਨੇ। ਬਿਲਕੁਲ ਇਹ ਗੱਲ ਸੱਚਾਈ ਆ, ਮੈਂ ਬਿਲਕੁਲ ਇਹਦੇ ਦਾਅਵੇ ਨਾਲ ਕਹਿਣਾ। ਔਰ ਜਿਹੜੇ ਸਾਡੇ ਡੀਸੀ ਸਾਹਿਬਾਨ ਬੈਠੇ ਨੇ ਉਹ ਸਿਰਫ ਸਿਆਸੀ ਲੋਕਾਂ ਦੀ ਕਠਪੁਤਲੀ ਬਣ ਕੇ ਉਹਦੇ ਮੁਤਾਬਕ ਚੱਲ ਰਿਹਾ ਸਿਸਟਮ। ਸਿਆਸਤ ਦਾ ਜਿਹੜਾ ਲੈਵਲ ਆ ਉਹ ਇੰਨਾ ਕੁ ਨਿੱਘਰ ਚੁੱਕਿਆ ਕਿ ਪਿਛਲੇ ਦਿਨ ਦੇਖੋ ਕਿੱਡੇ ਕਿੱਡੇ ਵੱਡੇ ਪਰਿਵਾਰ ਨੇ, ਬਾਜਵਾ ਪਰਿਵਾਰ ਜਾਂ ਪਾਂਡੇ ਪਰਿਵਾਰ, ਉਹਨਾਂ ਦੇ ਬੱਚੇ ਨੌਕਰੀਆਂ ਵਾਸਤੇ ਵੀ ਦੇਖੋ ਹੁਣ ਸੁਖਬੀਰ ਬਾਦਲ ਜੀ ਨੇ ਐਲਾਨ ਕਰਤਾ ਵੀ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਨੌਕਰੀ ਦੇਵਾਂਗੇ। ਵੀ ਜਿਹੜੇ ਬੱਚੇ ਮੈਰਿਟਾਂ ਦੇ ਵਿੱਚ ਆਏ ਮੈਡਲ ਚੱਕੀ ਫਿਰਦੇ ਨੇ ਜਾਂ ਸਰਟੀਫਿਕੇਟ ਚੱਕੀ ਫਿਰਦੇ ਨੇ, ਇਹਦਾ ਮਤਲਬ ਫਿਰ ਸਾਨੂੰ ਸਾਰਿਆਂ ਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ ਨੌਕਰੀ ਲੈਣ ਵਾਸਤੇ। ਜਾਂਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਜਿਹੜੀ ਜਾਇਜ਼ ਮੰਗ ਹੈ ਉਹਨੂੰ ਮੰਨਣ ਨਹੀਂ ਤੁਸੀਂ ਕੀ ਕਰੋਗੇ? ਦੇਖੋ ਮੇਰਾ ਸਰਕਾਰ ਨੂੰ ਇਹ ਮੈਸੇਜ ਆ ਕਿ ਅਸੀਂ ਕੋਈ ਹੜਤਾਲ ਤੇ ਨਹੀਂ ਹੈਗੇ। ਮੇਰੀ ਪਬਲਿਕ ਨੂੰ ਵੀ ਬੇਨਤੀ ਆ ਵੀ ਜਿੰਨਾ ਵਜਨ ਅਸੀਂ ਚੱਕ ਸਕਦੇ ਆ, ਜਿੱਡੇ ਬਾਅਦ ਸਾਡੀ ਨਿਯੁਕਤੀ ਹੋਈ ਆ ਅਸੀਂ ਉਹ ਕੰਮ ਕਰ ਰਹੇ ਹਾਂ। ਤੁਸੀਂ ਆਪਣੀ ਡਿਊਟੀ ਕਰ ਰਹੇ ਹੋ। ਅਸੀਂ ਆਪਣੀ ਡਿਊਟੀ ਕਰ ਰਹੇ ਹਾਂ। ਅਸੀਂ ਕੋਈ ਹੜਤਾਲ ਨਾ ਅਸੀਂ ਹੜਤਾਲ ਕੀਤੀ ਨਾ ਅਸੀਂ ਹੜਤਾਲ ਕਰਾਂਗੇ। ਜਿਹੜਾ ਸਾਡੇ ਕੋਲ ਸਰਕਲ ਅਸੀਂ ਉਹਦਾ ਕੰਮ ਬਿਲਕੁਲ ਕਰਦੇ ਰਹਾਂਗੇ। ਤੁਸੀਂ ਕਾਨੂੰਨ ਮੁਤਾਬਕ ਵੀ ਸਹੀ ਹੋ। ਕਾਨੂੰਨ ਮੁਤਾਬਕ ਵੀ ਸਹੀ ਆ ਅਸੀਂ। ਔਰ ਅਸੀਂ ਇੱਥੋਂ ਮੈਂ ਇੱਕ ਮੈਸੇਜ ਵੀ ਦੇਣਾ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਜਿਹੜੀ ਸਾਡਾ ਸੰਘਰਸ਼ ਆ ਉਹ ਨੌਜਵਾਨੀ ਨੂੰ ਬਚਾਉਣ ਵਾਸਤੇ ਆ, ਕਿਉਂਕਿ ਨੌਜਵਾਨੀ ਨੂੰ ਦੋ ਮਾਰਾਂ ਪੈ ਰਹੀਆਂ ਨੇ ਇਸ ਵਕਤ। ਪਹਿਲੀ ਗੱਲ ਤਾਂ ਜਦੋਂ ਨੌਕਰੀ ਨਹੀਂ ਮਿਲਦੀ ਉਹ ਬੇਰੁਜ਼ਗਾਰੀ ਕਰਕੇ ਡੰਡੇ ਖਾਂਦੇ ਨੇ, ਫਿਰ ਉਹਨੂੰ ਨੌਕਰੀ ਮਿਲ ਜਾਂਦੀ ਹੈ, 10,000 ਤਨਖਾਹ ਮਿਲਦੀ ਆ। ਫਿਰ ਉਹਨਾਂ ਦੀ ਪੁਰਾਣੀ ਜਿਹੜੀ ਪੈਨਸ਼ਨ ਸਕੀਮ ਆ 2004 ਤੋਂ ਬਾਅਦ ਜਿੰਨੇ ਭਰਤੀ ਮੁਲਾਜ਼ਮ ਨੇ ਉਹਨਾਂ ਦੀ ਪੈਨਸ਼ਨ ਬੰਦ ਕਰਤੀ। ਲੀਡਰਾਂ ਨੂੰ ਪੈਨਸ਼ਨਾਂ ਮਿਲ ਰਹੀਆਂ ਨੇ 5-5 ਵਾਰ ਦੀਆਂ 5-5 ਮਿਲ ਰਹੀਆਂ ਨੇ, ਪਰ ਮੁਲਾਜ਼ਮਾਂ ਨੂੰ ਕੋਈ ਪੈਨਸ਼ਨ ਨਹੀਂ। ਇਸ ਕਰਕੇ ਸਾਰੇ ਮੁੱਦੇ ਲੈ ਕੇ ਚੱਲੇ ਆ ਅਸੀਂ। ਔਰ ਮੇਰੀ ਜਨਤਾ ਨੂੰ ਇਹ ਅਪੀਲ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸੰਘਰਸ਼ ਦਾ ਹਿੱਸਾ ਬਣੋ, ਕਿਉਂਕਿ ਅਸੀਂ ਨੌਜਵਾਨੀ ਬਚਾਉਣ ਵਾਸਤੇ, ਅਸੀਂ ਕਿਸਾਨੀ ਬਚਾਉਣ ਵਾਸਤੇ ਅੱਗੇ ਆਏ। ਕਿਉਂਕਿ ਕਿਸਾਨਾਂ ਦੀਆਂ ਮੁਸ਼ਕਲਾਂ ਨੇ, ਕਿਸਾਨਾਂ ਦੀ ਸਾਡੇ ਨਾਲ 9 ਮਾਸ ਦਾ ਰਿਸ਼ਤਾ, ਕਿਸਾਨਾਂ ਦੀਆਂ ਪੀੜਾਂ ਨੂੰ ਵੀ ਅਸੀਂ ਸਮਝਦੇ ਹਾਂ, ਕਿਉਂਕਿ ਉਹਨਾਂ ਦੇ ਕੰਮ ਨੇ, ਨਿਸ਼ਾਨਦੇਹੀਆਂ ਦਾ ਕੰਮ ਆ, ਕਿਸੇ ਦਾ ਇੰਤਕਾਲ ਦਾ ਕੰਮ ਆ, ਉਹ ਡਿਲੇ ਹੋ ਰਿਹਾ। ਅਸੀਂ ਇੱਥੋਂ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਅਗਰ ਤੁਸੀਂ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝਾ ਮੁਲਾਜ਼ਮ ਮੰਚ ਪੰਜਾਬ ਦਾ ਵੀ ਬਣ ਚੁੱਕਿਆ, ਜਿੱਥੇ ਪੇ ਕਮਿਸ਼ਨ ਦੇ ਮਸਲੇ ਨੇ ਜਾਂ ਹੋਰ ਮਸਲੇ ਨੇ, ਅਸੀਂ ਆਉਣ ਵਾਲੇ ਦਿਨਾਂ ਵਿੱਚ ਲੜਾਈ ਨੂੰ ਹੋਰ ਤਿੱਖੀ ਕਰਾਂਗੇ। ਔਰ ਸਾਡੇ ਹਰ ਹਫ਼ਤਾਵਾਰੀ ਵੀਰਵਾਰ ਤੇ ਸ਼ੁੱਕਰਵਾਰ ਅਸੀਂ ਧਰਨੇ ਲਗਾਵਾਂਗੇ। ਉਹਦੇ ਵਿੱਚ ਸਾਡੇ ਨੰਬਰਦਾਰ ਸਾਹਿਬਾਨ, ਚੌਂਕੀਦਾਰ ਸਾਹਿਬਾਨ ਸਾਡੇ ਵਿੱਚ ਸ਼ਮੂਲੀਅਤ ਕਰਨਗੇ। ਔਰ ਅਸੀਂ ਨੌਜਵਾਨ ਜਿਹੜੀਆਂ ਸਟੂਡੈਂਟ ਆਰਗੇਨਾਈਜੇਸ਼ਨਾਂ ਨੇ ਸੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਸੰਘਰਸ਼ ਦਾ ਹਿੱਸਾ ਬਣੋ। ਇਹ ਸੰਘਰਸ਼ ਨੌਜਵਾਨਾਂ ਵਾਸਤੇ। ਬਹੁਤ ਧੰਨਵਾਦ ਹਰਵੀਰ ਸਿੰਘ ਢੀਂਡਸਾ ਜੀ, ਰੁਪਿੰਦਰ ਸਿੰਘ ਗਰੇਵਾਲ ਜੀ। ਤਾਂ ਤੁਸੀਂ ਗੱਲਬਾਤ ਅਸੀਂ ਪਟਵਾਰ ਯੂਨੀਅਨ ਦੇ ਪ੍ਰਧਾਨ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਕੀਤੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਮਸਲੇ ਜਿਹੜੇ ਨੇ ਉਲਝੇ ਹੋਏ ਨੇ, ਕਿਵੇਂ ਸਰਕਾਰਾਂ ਜਿਹੜੀਆਂ ਨੇ ਉਹ ਭਰਤੀ ਨਹੀਂ ਕਰ ਰਹੀਆਂ, ਜੇ ਭਰਤੀ ਕਰ ਰਹੀਆਂ ਨੇ ਤਾਂ ਨਿਗੁਣੀਆਂ ਤਨਖਾਹਾਂ ਤੇ ਕਰ ਰਹੀਆਂ ਨੇ, ਘੱਟ ਕਰ ਰਹੀਆਂ ਨੇ। ਜਿਹੜੀ ਉਹਨਾਂ ਦੀ ਪਟਵਾਰੀਆਂ ਦੀ ਆਪਣੀ ਸਮੱਸਿਆ, ਉਹਨਾਂ ਨੇ ਇਹ ਕਿਹਾ ਕਿ ਅਸੀਂ ਵਾਧੂ ਚਾਰਜ ਛੱਡੇ ਨੇ, ਜਿਹੜੀ ਨਿਯੁਕਤੀ ਸਾਡੀ ਹੋਈ ਸੀ ਉਹ ਤਾਂ ਅਸੀਂ ਕਰ ਰਹੇ ਹਾਂ, ਤਾਂ ਜੋ ਲੋਕਾਂ ਨੂੰ ਵੀ ਪਤਾ ਲੱਗੇ ਕਿ ਕਿੰਨੇ ਸਰਕਲ ਖਾਲੀ ਨੇ, ਸਰਕਾਰਾਂ ਕਿਹੜੀ ਭਰਤੀ ਜਿਹੜੀ ਹੋਣੀ ਚਾਹੀਦੀ ਸੀਗੀ ਇਹਨਾਂ ਸਰਕਲਾਂ ਦੇ ਉੱਤੇ ਕਿਉਂ ਨਹੀਂ ਕਰ ਰਹੀਆਂ। ਵੱਡਾ ਸਵਾਲ ਹੈ, ਦੇਖਣਾ ਹੋਏਗਾ ਸਰਕਾਰਾਂ ਇਸ ਮਸਲੇ ਤੇ ਕੀ ਅਗਲਾ ਸਟੈਪ ਲੈਂਦੀਆਂ ਨੇ। ਫਿਲਹਾਲ ਇਸ ਪੇਸ਼ਕਸ਼ 'ਚ ਨਾ ਹੀ ਸਾਨੂੰ ਦਿਓ ਇਜਾਜ਼ਤ। ਧੰਨਵਾਦ।